कि जे असीं मतलब गुरुद्वारिਆਂ ਦੇ ਵਿੱਚੋਂ ਜਿਨ੍ਹਾਂ ਨੂੰ ਸੋ ਕਾਲਡ ਅੱਜ ਮਸੰਦ ਕਿਹਾ ਜਾਂਦਾ ਉਹਨਾਂ ਨੂੰ ਕੱਢਣਾ ਚਾਹੁੰਦੇ ਆ ਤੇ ਆਪਾਂ ਇਕੱਠੇ ਕਿਉਂ ਨਹੀਂ ਹੁੰਦੇ कि आम सिख जो सोचता है वो उस ते असी खरे नहीं उतर सके, असी इकट्ठे नहीं हो सके। बस इन्नी गल 13 ਦੇ ਵਿੱਚ ਤੁਸੀਂ ਪ੍ਰਧਾਨ ਬਣੇ, ਫਿਰ ਤੁਸੀਂ 18 ਤੱਕ ਰਹਿ ਵੀ ਹੋ। ਉਦੋਂ ਅਕਾਲੀ ਦਲ ਬਾਦਲ ਗਲਤ ਨਹੀਂ ਹੈਗਾ। इन्हां ने डेरे माफ़ी जदों कीती मैं उहदा विरोध कीता। मैं ना मतलब स्टेटमेंटां तुहाडीਆਂ पढ़ीਆਂ, उदों ਤੁਸੀਂ ਇਹਨਾਂ ਦੇ ਪੱਖ 'ਚ ਕਿਉਂ ਸੀ? ਤੁਸੀਂ ਵਿਰੋਧ ਕਿਉਂ ਨਹੀਂ ਕੀਤਾ ਵੀ ਮਾਫੀਨਾਮਾ ਗਲਤ ਆ? ਤੁਸੀਂ ਮੈਨੂੰ ਸਤੰਬਰ ਯਾਦ ਕਰਾ ਰਹੇ ਹੋ, ਮੈਂ ਤੁਹਾਨੂੰ ਯਾਦ ਕਰਾ ਦਿੰਦਾ ਵਾਂ मैं खुद शिकायत करांगा। वो सारे अखबारां छपियां सीगियां, मैं हुणे तुहानूं अखबारां भी दिन्ना वां। उस वेले आपां इहो जिहा कोई एक्शन नहीं चुक सकते अपने लिए? गुरु ग्रंथ साहब तो वड्डा सिख दे वास्ते अजे कुछ हैगा कि 2013 ਦੇ ਵਿੱਚ सिख संगतां नूं झूठ बोलिया गया? उन्हां 6 ਸਾਲਾਂ ਦੇ ਵਿੱਚ ਆਪਾਂ ਬਾਲਾ ਸਾਹਿਬ ਦੇ ਹਸਪਤਾਲ ਨੂੰ ਬਣਾਉਣ ਲਈ ਕੁਝ ਕੀਤਾ? ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ? 22-23 ਸਾਲ ਦੀ ਉਮਰ 'ਚ ਮੈਂ ਇੱਥੇ 12 ਰਾਤਾਂ ਕੱਟਦਾ, ਬੁਲਡੋਜ਼ਰ ਚਲਾਉਣਾ, ਜਗ੍ਹਾ ਕਬਜ਼ੇ ਕਰਦਾ। ਨੇ ਡਾਇਲਿਸਿਸ ਸੈਂਟਰ ਨੂੰ ਹਸਪਤਾਲ ਕਹੀ ਜਾਂਦੇ, ਹਸਪਤਾਲ ਦੀ ਡੈਫੀਨੇਸ਼ਨ ਆ ਉੱਥੇ OPD ਹੋਣੀ ਚਾਹੀਦੀ। ਸ਼ੰਟੀ ਸਾਹਿਬ ਨੇ ਤੁਹਾਡੇ ਤੇ ਵੀ ਬੜੇ ਐਲੀਗੇਸ਼ਨ ਲਾਏ, ਤੁਹਾਡੇ ਤੇ 3 FIR ਵੀ ਦਰਜ ਹੋਈਆਂ। ਮੇਰੇ ਤੇ ਕਰਪਸ਼ਨ ਦੇ ਚਾਰजेस ਦੇ ਤੁਸੀਂ ਸਵਾਲ ਮੈਨੂੰ ਚੰਗਾ ਪੁੱਛ ਲਿਆ, ਮੈਂ ਤੁਹਾਨੂੰ ਇਸ ਦੇ ਉੱਤੇ ਜਵਾਬ ਦਿੰਦਾ। ਅਵਤਾਰ ਸਿੰਘ ਹਿੱਤ ਆਖਦਾ ਜੀ ਮੰਨੂ ਤੇ ਮਨਜਿੰਦਰ ਸਿੰਘ ਸਿਰਸੇ ਨੇ ਦਿੱਤੀ। ਇਹ ਅਕਾਲ ਤਖਤ ਤੇ ਗੱਲਾਂ ਹੋ ਰਹੀਆਂ, ਤੁਸੀਂ ਅੱਜ ਮੈਨੂੰ ਲਾਈਵ ਪੁੱਛ ਰਹੇ ਹੋ ਨਾ, ਇਦਾਂ ਦੇ ਤੇ ਮੈਂ ਇੰਨਾ ਕੁਝ ਦੱਸ ਸਕਦਾ। 5 ਮਹੀਨਿਆਂ 'ਚ 4 ਕਰੋੜ 97 ਲੱਖ ਦੀ ਸਬਜ਼ੀ ਲਈ ਨਾ, ਮੈਂ 6 ਸਾਲ 'ਚ 5 ਕਰੋੜ ਦੀ ਸਬਜ਼ੀ ਨਹੀਂ ਲਈ। ਦਾ ਖਾਲਸਾ TV ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਦਿੱਲੀ, ਜਿੱਥੇ ਕਿ SGPC ਤੋਂ ਬਾਅਦ ਜੋ ਸਿੱਖਾਂ ਦੀ ਵੱਡੀ ਸੰਸਥਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਦੀਆਂ ਚੋਣਾਂ ਜਿਹੜੀਆਂ ਨੇ, ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ। ਤੇ ਅੱਜ ਸਾਡੇ ਨਾਲ ਨੇ ਸਾਬਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ, ਜੋ ਕਿ ਜਾਗੋ ਪਾਰਟੀ ਦੇ ਸਰਪ੍ਰਸਤ ਪ੍ਰਧਾਨ ਅਤੇ ਮੌਕੇ ਦੇ ਉੱਤੇ ਪੰਥ ਦੇ ਵਾਸਤੇ ਹੋਕਾ ਵੀ ਦਿੰਦੇ ਹਨ। ਆਓ ਅਸੀਂ ਅੱਜ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਰਦਾਰ ਮਨਜੀਤ ਸਿੰਘ ਜੀ ਜੀਕੇ। ਸਰਦਾਰ ਮਨਜੀਤ ਸਿੰਘ ਜੀ ਜੀਕੇ ਸਾਹਿਬ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਹਨਾਂ ਦੇ ਕੋਲੋਂ ਪੁੱਛਾਂਗੇ ਜੋ ਸਿੱਖ ਸੰਗਤਾਂ ਦੇ ਕੁਝ ਸਵਾਲ ਨੇ, ਜਾਂ ਜੇ ਇਹ ਗੁਰਦੁਆਰਾ ਕਮੇਟੀ ਦੇ ਵਿੱਚ ਆਉਂਦੇ ਨੇ ਤਾਂ ਇਹ ਸਿੱਖ ਸੰਗਤਾਂ ਦੇ ਵਾਸਤੇ, ਸਿੱਖ ਸਮਾਜ ਦੇ ਵਾਸਤੇ, ਸਿੱਖ ਕੌਮ ਦੇ ਵਾਸਤੇ ਕੀ ਕੁਝ ਕਰਨਾ ਚਾਹੁੰਦੇ ਨੇ। ਜੀਕੇ ਸਾਹਿਬ, ਮੇਰਾ ਪਹਿਲਾ ਹੀ ਸਵਾਲ ਇਹ ਹੈਗਾ, ਤੁਸੀਂ ਇੱਕ ਨਵੀਂ ਪਾਰਟੀ ਗਠਨ ਕੀਤੀ ਆ ਜਾਗੋ, ਜਿਹਦਾ ਤੁਸੀਂ ਮੋਟਿਵ ਰੱਖਿਆ ਵਾ ਕਿ ਜਗ ਆਸਰਾ ਤੇ ਗੁਰੂ ਓਟ। ਇਹ ਜਿਹੜੀ ਤੁਹਾਡੀ ਨਵੀਂ ਪਾਰਟੀ ਆ, ਇਹ ਦੂਜੀਆਂ ਪਾਰਟੀਆਂ ਦੇ ਨਾਲੋਂ ਕਿਵੇਂ ਹਟ ਕੇ ਆ, ਜਾਂ ਤੁਸੀਂ ਸਿੱਖ ਸਮਾਜ ਦੇ ਵਾਸਤੇ, ਸਿੱਖ ਕੌਮ ਦੇ ਵਾਸਤੇ ਹੋਰ ਕੀ ਕੁਛ ਕਰਨਾ ਚਾਹੁੰਦੇ ਹੋ? ਮੈਂ ਸਮਝਦਾ ਕਿ ਤੁਸੀਂ ਜਿਹੜਾ ਸਵਾਲ ਪੁੱਛਿਆ ਬੜਾ ਅਹਿਮ ਸਵਾਲ ਪੁੱਛਿਆ। ਸਾਡੀ ਇਹ ਪਾਰਟੀ ਜਿਹੜੀ ਹੈ ਇਹ ਧਾਰਮਿਕ ਪਾਰਟੀ ਹੈ। ਤੁਸੀਂ ਦੇਖਿਆ ਹੋਣਾ ਕਿ ਪਿਛਲੇ ਇੱਕ ਹਫ਼ਤੇ ਬੜੀ ਐਕਸਰਸਾਈਜ਼ ਹੋਈ ਹੈ, ਔਰ ਉਹ ਐਕਸਰਸਾਈਜ਼ ਜਿਹੜੀ ਹੋਈ ਹੈ ਉਹਦੇ ਵਿੱਚ ਕੋਰਟ ਨੇ ਇੱਕ ਫੈਸਲਾ ਕੀਤਾ ਹੈ ਕਿ ਜਿਹੜੀਆਂ ਧਾਰਮਿਕ ਪਾਰਟੀਆਂ ਨਹੀਂ ਨੇ, ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਨੂੰ ਅਸੀਂ ਚੋਣ ਅਲਾਓ ਨਹੀਂ ਕਰਾਂਗੇ ਲੜਨ ਨੂੰ, ਕਿਉਂਕਿ ਦਿੱਲੀ ਸਰਕਾਰ ਵੱਲੋਂ, ਦਿੱਲੀ ਵਿਧਾਨ ਸਭਾ ਵੱਲੋਂ 2010 'ਚ ਸ਼ੀਲਾ ਦੀਕਸ਼ਿਤ ਨੇ ਕਮਿਟਮੈਂਟ ਕੀਤੀ ਸੀ 2014 ਦੇ ਵਿੱਚ। ਸੋ ਮੇਰੀ ਇਹ ਰਜਿਸਟਰਡ ਪਾਰਟੀ ਹੈ, ਇਹਦੇ 'ਚ ਕੋਈ ਬੰਦਾ ਕਦੀ ਕੋਈ MLA, ਕੋਈ MP, ਕੋਈ ਕਾਉਂਸਲਰ ਦੀ ਇਲੈਕਸ਼ਨ ਨਹੀਂ ਲੜ ਸਕਦਾ। ਉਹਦਾ ਕਾਰਨ ਹੈ ਕਿ ਜਿਵੇਂ ਪਹਿਲੇ ਤੁਸੀਂ ਦੇਖਿਆ ਕਿ ਭਾਵੇਂ ਉਹ ਮਨਜਿੰਦਰ ਸਿੰਘ ਸਿਰਸਾ ਹੋਵੇ, ਹਰਮੀਤ ਕਾਲਕਾ ਹੋਵੇ, ਅਵਤਾਰ ਸਿੰਘ ਹਿੱਤ ਹੋਣ, ਕਈ ਕਾਉਂਸਲਰ ਹੋਣ, ਇਹਨਾਂ ਦੀਆਂ ਬੀਵੀਆਂ ਵੀ ਕਾਉਂਸਲਰ ਰਹੀਆਂ ਨੇ, ਉਹ ਗੁਰੂ ਘਰ ਦੇ ਅਹੁਦਿਆਂ 'ਤੇ ਹੁੰਦੇ ਹੋਏ ਉਹ ਪੋਲੀਟੀਕਲ ਇਲੈਕਸ਼ਨਾਂ ਲੜਦੇ ਨੇ। ਔਰ ਜਦੋਂ ਪੋਲੀਟੀਕਲ ਇਲੈਕਸ਼ਨਾਂ ਲੜਦੇ ਨੇ ਉਦੋਂ ਗੁਰੂ ਘਰ ਦੀ ਕਿੱਦਾਂ ਦੁਰਵਰਤੋਂ ਹੁੰਦੀ ਹੈ ਉਹ ਸਾਹਮਣੇ ਆਉਂਦੀ ਹੈ। ਸੋ ਇਹ ਪੋਲੀਟੀਕਲ ਪਾਰਟੀ ਨਹੀਂ, ਇਹ ਧਾਰਮਿਕ ਪਾਰਟੀ ਹੈ। ਜਦੋਂ ਕਿਸੇ ਨੇ ਕੋਈ ਗਲਤ ਨਹੀਂ ਹੈ ਕਿ ਵੱਡੀ ਤੁਸੀਂ ਪਾਵਰ ਪੋਲੀਟਿਕਸ 'ਚ ਜਾਣਾ, ਲੇਕਿਨ ਉਹ ਗੁਰੂ ਘਰ ਨੂੰ ਸੀੜੀ ਬਣਾ ਕੇ ਨਹੀਂ ਜਾਣਾ ਚਾਹੀਦਾ, ਆਪਣੇ ਦਮ 'ਤੇ ਜਾਣਾ ਚਾਹੀਦਾ। ਦੂਜੀ ਗੱਲ, ਜਿੱਦਾਂ ਮੈਂ ਐਲਾਨ ਕੀਤਾ ਕਿ ਜਿਹੜੀ ਸ਼ਰਾਬ ਦੀ ਵਰਤੋਂ, ਪੈਸੇ ਦੀ ਵਰਤੋਂ ਜਿਸ ਤਰੀਕੇ ਨਾਲ ਕੈਂਡੀਡੇਟ ਕਰਦੇ, ਮੇਰਾ ਕੋਈ ਕੈਂਡੀਡੇਟ ਫੜਿਆ ਗਿਆ ਤਾਂ ਮੈਂ ਉਸ ਨੂੰ ਇੱਕਦਮ ਉਹਦੀ ਮੈਂਬਰਸ਼ਿਪ, ਉਹਦਾ ਕੈਂਡੀਡੇਚਰ ਕੈਂਸਲ ਕਰਾਂਗਾ। ਅਸੀਂ
ਉਹ ਲੋਕਾਂ ਨੂੰ ਅੱਗੇ ਪ੍ਰਮੋਟ ਕਰਦੇ ਪਏ ਆ ਜਿਹੜੇ ਧਰਮ ਪੱਖੀ ਉਹਨਾਂ ਦੇ ਵਿੱਚ ਪਰਪੱਕਤਾ ਹੈ, ਜਿਨ੍ਹਾਂ ਦੀ ਸੋਚ ਜਿਹੜੀ ਆ ਗੁਰੂ ਪ੍ਰਤੀ ਹੈ, ਕੌਮ ਵਾਸਤੇ ਜੂਝਣ ਦੀ, ਕੌਮ ਵਾਸਤੇ ਕੁਝ ਕਰਨ ਦੀ ਗੱਲ ਹੈਗੀ ਹੈ। ਐਜੂਕੇਸ਼ਨ ਹੋ ਜਾਵੇ, ਧਰਮ ਪ੍ਰਚਾਰ ਹੋ ਜਾਵੇ, ਲੜਾਈ ਹੋਵੇ 84 ਦੀ, ਔਰ ਜੇਲ੍ਹਾਂ 'ਚ ਬੈਠੇ ਸਿੰਘਾਂ ਦੀ ਗੱਲ ਕਰ ਲਈਏ, ਬਾਹਰ ਬੈਠੇ ਸਿੰਘਾਂ ਦੀ ਗੱਲ ਕਰ ਲਈਏ, ਆਪਣੇ ਇਤਿਹਾਸ ਨੂੰ ਲੈ ਕੇ ਅੱਗੇ ਲਿਆਉਣ ਦੀ ਗੱਲ ਕਰ ਲਈਏ। ਜਿਹੜਾ ਫੁਲਵਾੜੀ ਗੁਰੂ ਨਾਨਕ ਸਾਹਿਬ ਨੇ ਸਿਰਜੀ ਸੀ, ਜਿਹਦੇ 'ਚ ਸਿਕਲੀਕਰਨ ਨੇ, ਬੰਜਾਰੇ ਨੇ, ਰੰਗਰੇਟੇ ਨੇ, ਮੈਂ ਸਮਝਦਾ ਇਹ ਸਾਰੇ ਸਮਾਜ ਜਿਹੜੇ ਨੇ ਇਹ ਵਾਪਸ ਕਿੱਦਾਂ ਇਕੱਠੇ ਕੀਤੇ ਜਾ ਸਕਦੇ ਨੇ। ਅੱਜ ਅਸੀਂ ਆਪੋ 'ਚ ਵੰਡੇ ਗਏ ਹਾਂ। ਸੋ ਇਹ ਬੜੀਆਂ ਚੀਜ਼ਾਂ ਨੇ ਜੋ ਮੰਤਵ ਇਹ ਪਾਰਟੀ ਲੈ ਕੇ ਚੱਲਦੀ ਪਈ ਹੈ। ਜਿਵੇਂ ਤੁਸੀਂ ਆਖਿਆ ਜੀ ਵੀ ਅਸੀਂ ਬਿਲਕੁਲ ਹੀ ਧਾਰਮਿਕ ਹੋਵਾਂਗੇ। ਆਪਾਂ ਜੇ ਪਿਛੇ ਹਿਸਟਰੀ ਦੇ ਵਿੱਚ ਜਾਈਏ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਆ ਮੋਹਨ ਸਿੰਘ ਜੀ, ਫਿਰ ਮੋਹਨ ਸਿੰਘ ਨਾਗੋਕੇ, ਫਿਰ ਉਹ ਐਜੀਪੀਸੀ ਦੇ ਪ੍ਰਧਾਨ ਵੀ ਸੀ, ਅਕਾਲੀ ਦਲ ਦੇ ਪ੍ਰਧਾਨ ਵੀ। ਜਿਹੜਾ ਸਾਡਾ ਮੀਰੀ ਪੀਰੀ ਦਾ ਕਨਸੈਪਟ ਆ ਧਰਮ ਤੇ ਰਾਜਨੀਤੀ ਦਾ, ਇਹ ਤੋਂ ਅਲੱਗ ਨਹੀਂ ਹੋ ਜਾਵਾਂਗੇ ਆਪਾਂ। ਮੈਂ ਸਮਝਦਾ ਕਿ ਇਸ ਤੋਂ ਅਲੱਗ ਅਸੀਂ ਨਹੀਂ ਹੋਵਾਂਗੇ। ਜਿਹੜਾ ਮੀਰੀ ਪੀਰੀ ਦਾ ਕਨਸੈਪਟ ਹੈਗਾ ਉਹ ਗੁਰੂ ਨੇ ਸਾਨੂੰ ਦਿੱਤਾ, ਉਸ 'ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ। ਲੇਕਿਨ ਜਦੋਂ ਤੁਸੀਂ ਸਿਆਸਤ ਨੂੰ, ਤੁਸੀਂ ਧਰਮ ਨੂੰ ਸਿਆਸਤ ਦੀ ਗਲਵਕੜੀ 'ਚ ਲੈ ਲਓ, ਤੁਸੀਂ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ, ਦਿੱਲੀ ਕਮੇਟੀ ਨੂੰ ਆਪਣੀ ਗਲਵਕੜੀ 'ਚ ਲੈ ਲਓ ਸਿਆਸੀ ਬੰਦੇ, ਉਦੋਂ ਇਹ ਕਨਸੈਪਟ ਕਿੱਥੇ ਜਾਏਗਾ? ਮੈਂ ਸਮਝਦਾ ਅਕਾਲੀ ਦਲ ਅਗਰ ਚਾਹੁੰਦਾ ਹੈ ਧਾਰਮਿਕ ਇਲੈਕਸ਼ਨਾਂ ਲੜਨੀਆਂ ਤੇ ਉਹਦੇ ਦੋ ਵਿੰਗ ਹੋਣੇ ਚਾਹੀਦੇ ਨੇ। ਇੱਕ ਵਿੰਗ ਉਹ ਜਿਹੜਾ MP MLA ਤੇ ਕੌਂਸਲਰ ਲੜੇ, ਤੇ ਇੱਕ ਵਿੰਗ ਉਹ ਜਿਹੜਾ ਸਿਰਫ SGPC ਦਿੱਲੀ ਕਮੇਟੀਆਂ ਦੂਜੀਆਂ ਇਲੈਕਸ਼ਨਾਂ ਲੜੇ। ਮੈਂ ਸਮਝਦਾ ਕਿ ਇਹ ਕਰਨਗੇ ਨਹੀਂ ਬਾਦਲ ਸਾਹਿਬ। ਹੁਣ ਦੇਖੋ ਉਦੋਂ ਕੋਰਟ 'ਚ ਡੇਟ ਸੀਗੀ, ਇਹਨਾਂ ਨੂੰ ਚਾਹੀਦਾ ਸੀਗਾ ਕਿ ਇਹ ਦੇ ਦਿੰਦੇ ਐਫੀਡੇਵਿਟ ਕਿ ਅਸੀਂ ਧਾਰਮਿਕ ਪਾਰਟੀਆਂ, ਇਹਨਾਂ ਦਾ ਸਿੰਬਲ ਵੱਧ ਜਾਂਦਾ। ਨਹੀਂ ਦੇਣਗੇ ਕਿਉਂਕਿ ਇਹਨਾਂ ਨੇ ਗੁਰੂ ਘਰਾਂ 'ਚੋਂ ਇਲੈਕਸ਼ਨਾਂ ਲੜਨੀਆਂ ਹੈਗੀਆਂ। ਸੋ ਇਸ ਲਈ ਮੀਰੀ ਪੀਰੀ ਦਾ ਕਨਸੈਪਟ ਤਾਂ ਆਪਾਂ ਉਦੋਂ ਹੀ ਖਤਮ ਕਰ ਦਿੱਤਾ ਕਿ ਅੱਜ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲਾ ਹੋ ਸਕਦਾ ਸਿੱਖਾਂ ਦੇ ਪ੍ਰਤੀ। ਅੱਜ 328 ਸਰੂਪ ਗੁੰਮੇ ਆ, ਤੁਸੀਂ ਕਿਹਾ ਜੀ ਥਾਣਿਆਂ 'ਚ ਨਹੀਂ ਜਾਣਾ, ਅਸੀਂ ਆਪ ਫੈਸਲਾ ਕਰਾਂਗੇ। ਕੀ ਫੈਸਲਾ ਕੀਤਾ ਜੀ ਤੁਸੀਂ? ਜੇ ਕੋਈ ਹਿਸਾਬ ਪੁੱਛਣਗੇ ਤੁਸੀਂ ਮਾਰ-ਮਾਰ ਕੁੱਟ-ਕੁੱਟ ਉਹਨਾਂ ਨੂੰ ਲੰਮੇ ਪਾਤਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਮਹੰਤ ਨਾਰਾਇਣ ਨੂੰ ਵਾਕਣ। ਮੈਂ ਸਮਝਦਾ ਵਾਂ ਕਿ ਮੀਰੀ ਪੀਰੀ ਦਾ ਜਿਹੜਾ ਸੀਗਾ ਕਨਸੈਪਟ ਉਹ ਇਹਨਾਂ ਨੇ ਖਤਮ ਕੀਤਾ ਤੇ ਲੋੜ ਪਈ ਹੈ, ਨਹੀਂ ਤੇ ਇਹ ਵੀ ਲੋੜ ਨਹੀਂ ਪੈਣੀ ਸੀ। ਤੁਸੀਂ ਜਿਵੇਂ ਦੱਸਿਆ ਜੀ ਵੀ ਇਹਨਾਂ ਨੇ ਮੀਰੀ ਪੀਰੀ ਦੇ ਕਨਸੈਪਟ ਨੂੰ ਖਤਮ ਕੀਤਾ। ਕਨਸੈਪਟ ਤੇ ਇਹ ਖਤਮ ਕਰ ਰਹੇ ਨੇ 1977 ਤੋਂ ਹੀ। 2007 ਦੇ ਵਿੱਚ ਤੁਹਾਡੀ ਪਾਰਟੀ ਅਲੱਗ ਸੀ, ਤੁਸੀਂ 6 ਸੀਟਾਂ ਵੀ ਉੱਥੋਂ ਜਿੱਤੇ, ਸੰਗਤ ਨੇ ਬਹੁਤ ਸਹਿਯੋਗ ਕੀਤਾ। 2008 ਦੇ ਵਿੱਚ ਤੁਸੀਂ ਅਕਾਲੀ ਦਲ ਬਦਲ ਚਲ ਗਏ, 13 ਦੇ ਵਿੱਚ ਤੁਸੀਂ ਪ੍ਰਧਾਨ ਬਣੇ, ਫਿਰ ਤੁਸੀਂ 18 ਤੱਕ ਰਹਿ ਵੀ ਹੋ। ਉਦੋਂ ਅਕਾਲੀ ਦਲ ਬਦਲ ਗਲਤ ਨਹੀਂ ਹੈਗਾ। ਗੱਲ ਇਹ ਹੈ ਕਿ ਤੁਸੀਂ ਜਿਹੜਾ ਮੈਨੂੰ ਸਵਾਲ ਕੀਤਾ ਕਿ 2007 'ਚ ਮੈਂ ਆਪਣੀ ਪਾਰਟੀ ਬਣਾਈ, 6 ਸੀਟਾਂ ਜਿੱਤਿਆ। 2008 'ਚ ਸੁਖਬੀਰ ਸਿੰਘ ਬਾਦਲ ਮੇਰੇ ਘਰ ਆਉਂਦੇ ਨੇ ਔਰ ਮੈਨੂੰ ਪ੍ਰਧਾਨਗੀ ਦਿੰਦੇ ਨੇ। ਮੈਨੂੰ ਇਹ ਪਤਾ ਸੀਗਾ ਕਿ ਸਾਡੇ ਪੰਜਾਬੋਂ ਬਾਹਰ ਵਸਦੇ ਸਿੱਖਾਂ ਦੇ ਬੜੇ ਮਸਲੇ ਨੇ ਔਰ ਇਹਨਾਂ ਦਾ ਕੋਈ ਦਿਮਾਗ ਉਸ ਪਾਸੇ ਨਹੀਂ ਗਾ। ਜੇ ਮੈਂ ਇਸ ਅਕਾਲੀ ਦਲ ਦੇ ਵਿੱਚ ਗਿਆ ਵਾਂ, ਤੁਸੀਂ ਇਹ ਦੱਸੋ ਸੱਜਣ ਕੁਮਾਰ ਕੌਣ ਅੰਦਰ ਭੇਜ ਰਿਹਾ? ਇਹਨਾਂ ਦਾ ਰਾਜ ਸੀ ਨਾ ਪਹਿਲੇ। HKL ਭਗਤ ਤੇ ਧਰਮਦਾਸ ਸ਼ਾਸਤਰੀ ਅੰਦਰ ਕਿਉਂ ਨਹੀਂ ਗਏ? ਕਿਹਨਾਂ ਨੇ ਪੈਸੇ ਖਾ ਲਏ? 84 ਦੀ ਯਾਦਗਾਰ ਕੌਣ ਬਣਾ ਰਿਹਾ? ਬਲੈਕ ਲਿਸਟ ਕੌਣ ਮਾਫ ਕਰ ਰਿਹਾ? ਜੇਲ੍ਹਾਂ 'ਚ ਬੈਠੇ ਸਿੰਘਾਂ ਦੀ ਰਿਹਾਈ ਵਾਸਤੇ ਕੌਣ ਲੜਦਾ ਪਿਆ ਵੇ? ਅਫਗਾਨਿਸਤਾਨ ਜਿਹੜੇ 25 ਸਾਲਾਂ ਤੋਂ ਸਿੱਖ ਆ ਕੇ ਬੈਠੇ ਉਹਨਾਂ ਦੇ ਪਾਸਪੋਰਟ ਦਾ ਇਸ਼ੂ ਕੌਣ ਹੱਲ ਕਰਦਾ ਪਿਆ ਵੇ? ਆਪਣੇ ਕਾਲਜਾਂ ਲਈ ਮਿਨੋਰਟੀ ਸਟੇਟਸ ਕੌਣ ਲੈਂਦਾ ਪਿਆ ਵੇ? ਮੈਂ ਇਹ ਸਮਝਦਾ ਹਾਂ ਜੇ ਡੇਰੇ ਮਾਫੀ ਦੀ ਗੱਲ ਕਰ ਲਈਏ, ਇਹਨਾਂ ਨੇ ਡੇਰੇ ਮਾਫੀ ਜਦੋਂ ਕੀਤੀ ਮੈਂ ਉਹਦਾ ਵਿਰੋਧ ਕੀਤਾ। ਮੈਂ ਨਾ ਮਤਲਬ ਸਟੇਟਮੈਂਟਾਂ ਤੁਹਾਡੀਆਂ ਪੜ੍ਹੀਆਂ ਸਤੰਬਰ 2015, ਤੁਸੀਂ ਵੀ ਗਏ ਹੋ, ਮਨਜਿੰਦਰ ਸਿੰਘ ਸਿਰਸਾ ਵੀ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਤੁਹਾਡੀ ਟੀਮ ਗਈ। ਅਗਲੇ ਦਿਨ ਸਾਰੀਆਂ ਅਖਬਾਰਾਂ ਦੇ ਵਿੱਚ ਆਇਆ ਵੀ ਅਕਾਲ ਤਖਤ ਸਾਹਿਬ ਦਾ ਜਿਹੜਾ ਫੈਸਲਾ ਇਹ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲਾ ਠੀਕ ਆ। ਤੁਹਾਡੀ ਵੀ ਸਟੇਟਮੈਂਟ ਹੈਗੀ ਆ। ਜੇ ਉਹ ਫੈਸਲਾ ਬਾਅਦ 'ਚ ਇਹਨਾਂ ਨੂੰ ਵਾਪਸ ਵੀ ਲੈਣਾ ਪੈ ਗਿਆ ਅਕਾਲੀ ਦਲ ਬਾਦਲ ਨੂੰ, ਮਤਲਬ ਅਕਾਲ ਤਖਤ ਸਾਹਿਬ ਤੋਂ ਫੈਸਲਾ ਵਾਪਸ ਹੋਇਆ ਤੇ ਉਦੋਂ ਤੁਸੀਂ ਇਹਨਾਂ ਦੇ ਪੱਖ 'ਚ ਕਿਉਂ ਸੀ? ਤੁਸੀਂ ਵਿਰੋਧ ਕਿਉਂ ਨਹੀਂ ਕੀਤਾ ਵੀ ਮਾਫੀਨਾਮਾ ਗਲਤ ਆ? ਜਿਹੜਾ ਉਸ ਵੇਲੇ ਸਾਨੂੰ ਦੱਸਿਆ ਗਿਆ ਕਿ ਡੇਰੇ ਨੇ ਸਾਡੇ ਕੋਲੋਂ ਮਾਫੀ ਮੰਗੀ ਆ, ਡੇਰੇ ਨੇ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਆ।
ਜਦੋਂ ਇਹ ਸਾਰੀਆਂ ਗੱਲਾਂ ਨੰਗੀਆਂ ਹੋਈਆਂ, ਮੈਂ ਦੁਬਾਰਾ ਬਾਦਲ ਸਾਹਿਬ ਨੂੰ ਮਿਲਣ ਗਿਆ। ਮੈਂ ਕਿਹਾ ਬਾਦਲ ਸਾਹਿਬ ਇਹ ਗੱਲਾਂ ਤੇ ਝੂਠੀਆਂ ਨੇ, ਡੇਰੇ ਨੇ ਮਾफ़ੀ ਮੰਗੀ ਨਹੀਂ, ਆਪਾਂ ਮਾफ़ੀ ਦਿੱਤੀ ਕਿਉਂ ਹੈ ਜੇ ਉਹਨੇ ਮੰਗੀ ਨਹੀਂ ਤਾਂ। ਜਦੋਂ ਇਹ ਗੱਲਾਂ 'ਚ ਕੜਮਾਸ ਪੈਣ ਲੱਗਾ, ਇਹਨਾਂ ਨੇ ਵਾਪਸੀ ਲਈ। ਤੁਸੀਂ ਮੈਨੂੰ ਸਤੰਬਰ ਯਾਦ ਕਰਾ ਰਹੇ ਹੋ, ਮੈਂ ਤੁਹਾਨੂੰ ਯਾਦ ਕਰਾ ਦਿੰਦਾ ਵਾਂ। ਮੈਂ ਤੁਹਾਨੂੰ ਹੁਣੇ ਮੇਰੇ ਫ਼ੋਨ ਦੇ ਵਿੱਚ ਅਖਬਾਰਾਂ ਨੇ, ਮੈਂ ਹੁਣੇ ਤੁਹਾਨੂੰ ਦਊਂਗਾ। 31 ਜਨਵਰੀ, ਕਿਉਂਕਿ 4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀ ਵੋਟਾਂ ਸੀਗੀਆਂ। ਜੇ ਤੁਸੀਂ ਮੇਰਾ ਪਹਿਲਾ ਬਿਆਨ ਪੜ੍ਹਿਆ ਤੇ ਫਿਰ ਇਹ ਬਿਆਨ ਵੀ ਪੜ੍ਹਿਆ ਹੋਣਾ ਕਿ ਜਦੋਂ ਪੰਜਾਬ ਦੀਆਂ ਵੋਟਾਂ ਸੀ, ਮੈਂ ਅਕਾਲੀ ਦਲ ਦਾ ਪ੍ਰਧਾਨ ਸੀ, ਮੈਂ ਦਿੱਲੀ ਕਮੇਟੀ ਦਾ ਪ੍ਰਧਾਨ ਸੀ, ਮੈਂ ਅਕਾਲੀ ਦਲ ਦਾ ਸਪੋਕਸਪਰਸਨ ਸੀ। ਬਠਿੰਡੇ ਪ੍ਰੈਸ ਕਲੱਬ ਦੇ ਵਿੱਚ ਮੈਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸਾਨੂੰ ਡੇਰੇ ਦੀ ਵੋਟਾਂ ਨਹੀਂ ਚਾਹੀਦੀਆਂ, ਔਰ ਜਿਹੜੇ MLA ਡੇਰੇ ਤੇ ਗਏ ਨੇ ਅਕਾਲ ਤਖਤ ਦੇ ਹੁਕਮ ਤੋਂ ਉਲੰਘਣਾ ਕਰਦੇ ਹੋਏ, ਉਹਨਾਂ ਦੀ ਮੈਂ ਖੁਦ ਸ਼ਿਕਾਇਤ ਕਰਾਂਗਾ। ਉਹ ਸਾਰੇ ਅਖਬਾਰਾਂ ਛਪੀਆਂ ਸੀਗੀਆਂ, ਮੈਂ ਹੁਣੇ ਤੁਹਾਨੂੰ ਅਖਬਾਰਾਂ ਵੀ ਦਿੰਦਾ ਵਾਂ। ਮੈਨੂੰ ਉਸੇ ਵੇਲੇ ਸਰ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਤੁਸੀਂ ਇਹ ਸਟੇਟਮੈਂਟ ਦਿੱਤੀ ਹੈ। ਮੈਂ ਕਿਹਾ ਹਾਂ ਦਿੱਤੀ ਹੈ। ਤੁਸੀਂ ਪੰਜਾਬ ਛੱਡ ਕੇ ਦਿੱਲੀ ਚਲੇ ਜਾਓ, ਔਰ ਤੁਹਾਡਾ ਇਲੈਕਸ਼ਨ ਨਾਲ ਕੋਈ ਤਾਲੁਕ ਨਹੀਂ, ਤੁਸੀਂ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ। ਮੈਂ ਤੇ ਅੰਦਰ ਬਹਿ ਕੇ ਪ੍ਰੋਟੈਸਟ ਕੀਤਾ। ਅੱਜ ਅਗਰ ਇੱਕ ਚੀਜ਼ ਤੁਹਾਨੂੰ ਦਿਖਾਈ ਜਾ ਰਹੀ ਹੈ, ਅਕਾਲ ਤਖਤ ਦੇ ਜਥੇਦਾਰ ਸਾਹਿਬ ਕਹਿ ਰਹੇ ਕਿ ਇਦਾਂ ਹੋਇਆ, ਲੇਕਿਨ ਬਾਅਦ 'ਚੋਂ ਕੁਝ ਹੋਰ ਨਿਕਲਦੀ ਹੈ, ਕੀ ਕਹਿਣਾ ਚਾਹੀਦਾ ਮੈਨੂੰ ਉਸ ਵੇਲੇ? ਜਦੋਂ ਮੇਰੇ ਕੋਲ ਸਾਹਮਣੇ ਆਈ, ਮੈਂ ਉਹਦਾ ਪ੍ਰੋਟੈਸਟ ਕੀਤਾ। ਅਗਲੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉੱਤੇ ਜਿਸ ਤਰੀਕੇ ਨਾਲ ਅਸੀਂ ਸਟੈਂਡ ਲਿਆ, ਮੈਂ ਸਮਝਦਾ ਕਿ ਪਾਰਟੀ ਦੇ ਵਿੱਚ ਰਹਿ ਕੇ ਅਸੀਂ ਉਹਨਾਂ ਗੱਲਾਂ ਤੇ ਬੋਲੇ। ਤੀਜੀ ਗੱਲ, ਇੱਕ ਗੱਲ ਹੋਰ ਦੇਖੋ, ਜਿਹੜਾ ਸਟੈਂਡ ਦੀ ਗੱਲ ਆ, 2 ਸਿੱਖ ਸ਼ਹੀਦ ਹੋਏ। ਅਕਾਲੀ ਦਲ ਬਾਦਲ ਦੀ ਉੱਥੇ ਸਰਕਾਰ ਹੀ, ਪਰਮਰਾਜ ਉਮਰਾਂ ਨੰਗਲ ਹੋਣਾ ਤੇ ਬਾਅਦ 'ਚ ਗਾਜ ਵੀ ਡਿੱਗੀ ਆ। ਉਸ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਲਈ ਸੰਗਤਾਂ ਬੈਠੀਆਂ, ਬਾਦਲਾਂ ਦੀ ਪੁਲਿਸ ਨੇ ਗੋਲੀ ਚਲਾਤੀ। ਉਸ ਵੇਲੇ ਆਪਾਂ ਮਤਲਬ ਜਿਵੇਂ 18 ਦੇ ਵਿੱਚ ਇਹਨਾਂ ਤੋਂ ਬਾਹਰ ਜਾ ਰਹੇ ਹਾਂ, ਉਸ ਵੇਲੇ ਆਪਾਂ ਇਹੋ ਜਿਹਾ ਕੋਈ ਐਕਸ਼ਨ ਨਹੀਂ ਚੁੱਕ ਸਕਦੇ ਆਪਣੇ ਲਈ। ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਿੱਖ ਦੇ ਵਾਸਤੇ ਅਜੇ ਕੁਝ ਹੈਗਾ? ਗੱਲ ਇਹ ਹੈ, ਜੇ ਅਕਾਲ ਤਖਤ ਸਾਹਿਬ ਦੇ ਫੈਸਲੇ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਫੈਸਲੇ ਤੇ ਮੈਂ ਬੇਬਾਕ ਹੋ ਕੇ 2018 ਦੇ ਵਿੱਚ ਬੋਲਿਆ ਵਾਂ, ਔਰ ਖਾਲੀ 2018 'ਚ ਨਹੀਂ ਬੋਲਿਆ, ਮੈਂ 2016 'ਚ ਵੀ ਬੋਲਿਆ ਵਾਂ, 17 'ਚ ਵੀ ਬੋਲਿਆ ਵਾਂ। ਉਹੀਓ ਕਾਰਨ ਸੀਗਾ ਕਿ ਜਿਹੜਾ ਮੇਰੇ ਨਾਲ ਇਹਨਾਂ ਦੀ ਕੁੜਤਨ ਪੈਂਦੀ ਰਹੀ। ਦੂਜੀ ਗੱਲ, ਤੁਸੀਂ ਮੈਨੂੰ ਇਹ ਸਵਾਲ ਕੀਤਾ ਕਿ ਜੇ ਤੁਸੀਂ 6 ਸੀਟਾਂ ਜਾਂ 7 ਸੀਟਾਂ ਜਿੱਤੇ ਸੀ, ਤੁਸੀਂ ਇਹਨਾਂ ਨੂੰ ਜੁਆਇਨ ਕਿਉਂ ਕੀਤਾ? ਫਿਰ ਤੁਸੀਂ ਮੀਰੀ ਪੀਰੀ ਦੇ ਕਨਸੈਪਟ ਤੋਂ ਸ਼ੁਰੂ ਕੀਤਾ। ਮੈਨੂੰ ਇਹ ਦੱਸ ਦਿੱਤਾ ਜਾਵੇ, ਮੇਰਾ 70 ਸਾਲ ਦਾ ਇਤਿਹਾਸ ਹੈ, ਮੇਰੇ ਪਿਤਾ ਦਾ ਤੇ ਮੇਰਾ। ਮੈਂ ਹੁਣੇ ਤੁਹਾਨੂੰ ਇੱਕ ਕਿਤਾਬ ਵੀ ਦਿੰਦਾ ਵਾਂ। ਅਸੀਂ ਕਿਸੇ ਜਗ੍ਹਾ ਕਦੀ MLA ਦੀ, MP ਦੀ, ਕੋਈ ਕਾਉਂਸਲਰ ਦੀ ਟਿਕਟ ਲਈ ਹੈ? ਜੇ ਮੇਰੇ ਹੱਥੋਂ ਟਿਕਟਾਂ ਵੰਡੀਆਂ ਜਾ ਰਹੀਆਂ ਸੀਗੀਆਂ ਤੇ ਮੈਂ ਵੀ ਤਾਂ ਲੈ ਸਕਦਾ ਸੀ, ਮੈਂ ਆਪਣੇ ਭਰਾ ਨੂੰ ਦੇ ਸਕਦਾ ਸੀ, ਆਪਣੇ ਪੁੱਤਰ ਨੂੰ ਦੇ ਸਕਦਾ ਸੀ, ਇਹਨਾਂ ਦੀ ਬੀਵੀਆਂ ਜਿਹੜੀਆਂ ਨੇ ਕਾਉਂਸਲਰ ਨੇ। ਲੇਕਿਨ ਮੇਰਾ ਫੈਸਲਾ ਸੀਗਾ ਕਿ ਜਦ ਤੱਕ ਇਹ ਰਾਜਨੀਤੀ ਕਰਾਂਗਾ ਧਰਮ ਦੀ, ਤਦ ਤੱਕ ਅਸੀਂ ਪਾਵਰ ਪੋਲਿਟਿਕਸ 'ਚ ਜਾਵਾਂਗੇ। ਔਰ ਅੱਜ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਕਿ ਜਿਸ ਦਿਨ ਉਸ ਪਾਵਰ ਪੋਲਿਟਿਕਸ 'ਚ ਜਾਣਾ ਹੋਏਗਾ, ਇਹ ਸਿਆਸਤ ਨੂੰ ਅਸਤੀਫਾ ਦੇ ਕੇ ਜਾਵਾਂਗੇ, ਇਹਨੂੰ ਛੱਡ ਕੇ ਜਾਵਾਂਗੇ। 2013 ਦੇ ਵਿੱਚ ਬਾਲਾ ਸਾਹਿਬ ਜਿਹੜਾ ਹਸਪਤਾਲ ਆ, ਇਹਦਾ ਮੁੱਦਾ ਅਕਾਲੀ ਦਲ ਬਾਦਲ ਨੇ ਜ਼ੋਰ ਸ਼ੋਰ ਨਾਲ ਚੁੱਕਿਆ ਕਿ ਇਹਨੂੰ ਸਰਨਿਆਂ ਨੇ ਵੇਚਤਾ। ਕੱਲ੍ਹ ਪਰਸੋਂ ਹੀ ਤੁਹਾਨੂੰ ਵੀ ਪਤਾ ਵਾ ਕਿ ਕਲੀਨ ਚਿੱਟ ਮਿਲ ਗਈ ਉਹਨਾਂ ਨੂੰ। ਅਤੇ ਕੀ 2013 ਦੇ ਵਿੱਚ ਸਿੱਖ ਸੰਗਤਾਂ ਨੂੰ ਝੂਠ ਬੋਲਿਆ ਗਿਆ? ਜੇ ਉਹ ਨਹੀਂ ਹੀ ਵੇਚਿਆ, ਫਿਰ FIR ਦਰਜ ਕਿਉਂ ਹੋਈ? ਦੂਜੇ ਨੰਬਰ ਦੇ ਉੱਤੇ 2013 ਦੇ ਵਿੱਚ ਵਾਅਦਾ ਕੀਤਾ ਗਿਆ ਵੀ 500 ਤੇ 50 ਬੈੱਡਾਂ ਦਾ ਹਸਪਤਾਲ ਬਣਾਂਗੇ। ਮੈਂ ਬਾਲਾ ਸਾਹਿਬ ਤੋਂ ਹੋ ਗਿਆ ਆ, ਉਹ ਬਿਲਡਿੰਗ ਖੰਡਰ ਆ। ਅੱਜ ਉਹ ਕੁਛ ਬਾਹਰ ਹੋ ਰਿਹਾ ਵੀ 100 ਡਾਇਲਸਿਸ ਸੈਂਟਰ, ਜਿਹੜਾ 100 ਆਪਾਂ ਮਸ਼ੀਨਾਂ ਲਾਤੀਆਂ ਡਾਇਲਸਿਸ ਦੀਆਂ। ਉਹ ਆਪਾਂ 6 ਸਾਲ ਤੁਸੀਂ ਵੀ ਪ੍ਰਧਾਨ ਹੋ, 13 ਤੋਂ ਲੈ ਕੇ 18 ਤੱਕ। ਉਹਨਾਂ 6 ਸਾਲਾਂ ਦੇ ਵਿੱਚ ਆਪਾਂ ਬਾਲਾ ਸਾਹਿਬ ਦੇ ਹਸਪਤਾਲ ਨੂੰ ਬਣਾਉਣ ਲਈ ਕੁਛ ਕੀਤਾ? ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ? ਬੜਾ ਅਹਿਮ ਸਵਾਲ ਹੈ ਤੁਹਾਡਾ। 2013 'ਚ 550 ਬੈੱਡ ਦੀ ਗੱਲ ਨਹੀਂ ਹੋਈ ਸੀਗੀ। 550 ਸਾਲਾਂ ਜਦੋਂ ਸਰਸਾ ਜੀ ਪ੍ਰਧਾਨ ਬਣੇ ਆ 2019 'ਚ, ਉਦੋਂ 550 ਬੈੱਡ ਦੀ ਗੱਲ ਹੋਈ ਸੀ। ਸਰਨਾ ਸਾਹਿਬ ਨੇ, ਤੁਸੀਂ ਆਖਿਆ ਕਿ ਇਹ ਜ਼ਮੀਨ, ਤੁਹਾਨੂੰ ਇਸ ਹਸਪਤਾਲ ਦੀ ਬੈਕਗਰਾਊਂਡ ਪਤਾ? ਇਹ ਜ਼ਮੀਨ ਮਨਜੀਤ ਸਿੰਘ ਨੇ ਕਬਜ਼ੇ ਕੀਤੀ ਹੈ 1982 'ਚ। 22-23 ਸਾਲ ਦੀ ਉਮਰ 'ਚ ਮੈਂ ਇੱਥੇ 12 ਰਾਤਾਂ ਕੱਟਦਾ, ਬੁਲਡੋਜ਼ਰ ਚਲਾਉਣਾ, ਜਗ੍ਹਾ ਕਬਜ਼ੇ ਕਰਦਾ। 1978 ਜਥੇਦਾਰ ਸੰਤੋਖ ਸਿੰਘ ਨੇ ਰਿੰਗ ਰੋਡ ਤੇ ਗੇਟ ਲਾਇਆ ਸੀ, ਵਿੱਚ 12 ਏਕੜ ਦਾ ਟੋਟਾ ਸੀਗਾ, ਇੱਥੇ ਬਾਲਾ ਸਾਹਿਬ ਗੁਰਦੁਆਰਾ ਸੀ। ਜਥੇਦਾਰ ਸਾਹਿਬ ਦਾ ਸੁਪਨਾ ਸੀਗਾ ਕਿ ਇੱਥੇ ਨਰਸਿੰਗ ਕਾਲਜ, ਮੈਡੀਕਲ ਕਾਲਜ ਔਰ ਇੱਥੇ ਹਸਪੀਟਲ 400 ਬੈੱਡ ਦਾ ਬਣਾਇਆ ਜਾਏਗਾ। ਲੇਕਿਨ ਜਥੇਦਾਰ ਸਾਹਿਬ ਦੀ 1981 'ਚ ਅਸੈਸੀਨੇਸ਼ਨ ਹੁੰਦੀ ਹੈ, ਡੈਥ ਹੁੰਦੀ ਹੈ।
1982 ਚ ਉਹਨਾਂ ਦੀ ਡੈਥ ਤੋਂ ਬਾਅਦ ਜਦੋਂ ਸੰਤ ਪਿੰਡਰਾਂ ਨੇ ਮੈਨੂੰ ਸਰੋਪਾ ਦੇ ਕੇ ਸਿਆਸਤ 'ਚ ਲਿਆਂਦੇ ਆ ਜਹਦਾ ਜੀ ਦੇ ਭੋਗ ਤੇ ਯੂਥ ਅਕਾਲੀ ਦਲ ਦਾ ਪ੍ਰਧਾਨ ਡਿਕਲੇਅਰ ਕੀਤਾ ਜਾਂਦਾ, ਮੈਂ ਉਹ ਜ਼ਮੀਨ ਕਬਜ਼ੇ ਕਰਦਾ ਵਾਂ, ਗੈਸ ਚੱਲਦੀ ਹੈ, ਲਾਠੀ ਚੱਲਦੀ ਹੈ, ਬੜਾ ਤਸ਼ੱਦਦ ਹੁੰਦਾ, ਲੇਕਿਨ ਅਸੀਂ ਕਬਜ਼ਾ ਨਹੀਂ ਛੱਡਦੇ, ਕਬਜ਼ਾ ਸਾਡੇ ਕੋਲ ਹੈ। ਜਦੋਂ ਪਹਿਲੀ ਦਫਾ 95 ਚ ਸਰਨਾ ਸਾਹਿਬ ਵੀ ਮੈਂਬਰ ਬਣੇ, ਮੈਂ ਵੀ ਬਣਿਆ, ਡਾਕਟਰ ਜਸਪਾਲ ਸਿੰਘ ਵੀ, ਸਾਰੇ ਅਸੀਂ ਬਾਦਲ ਅਕਾਲੀ ਦਲ 'ਚ ਹੁੰਦੇ ਸੀ ਉਸ ਵੇਲੇ। ਔਰ ਜਦੋਂ ਅਸੀਂ ਮੈਂਬਰ ਬਣੇ ਆ ਤੇ ਮੈਂ ਸਰਨਾ ਸਾਹਿਬ ਨੂੰ ਆਖਿਆ ਕਿ ਇਹਦਾ ਨੀਂਹ ਪੱਥਰ ਰੱਖਿਆ ਜਾਵੇ। ਉਹ ਕਹਿੰਦੇ ਕਿ ਜਗ੍ਹਾ ਤੇ ਸਾਡੇ ਕੋਲ ਹੈ, ਕਾਗਜ਼ DDA ਤੋਂ ਲੀਜ਼ ਨਹੀਂ ਅਸੀਂ ਕਰਾਈ ਹੋਈ। ਮੈਂ ਕਿਹਾ ਜਦੋਂ ਤੁਸੀਂ ਨੀਂਹ ਪੱਥਰ ਰੱਖੋਗੇ ਤੇ ਆਪਣੇ ਆਪ DDA ਆ ਜਾਊਗਾ। ਅਸੀਂ ਨੀਂਹ ਪੱਥਰ ਰੱਖਿਆ, DDA ਆ ਗਿਆ, ਮੀਟਿੰਗਾਂ ਸ਼ੁਰੂ ਹੋ ਗਈਆਂ। DDA ਨੇ 32 ਕਰੋੜ ਰੁਪਇਆ ਮੰਗਿਆ ਕਿ ਇਸ ਹਸਪਤਾਲ ਦੀ ਜ਼ਮੀਨ ਦਾ 32 ਕਰੋੜ ਰੁਪਏ ਅੱਜ ਦਾ ਰੇਟ ਬਣਦਾ, ਜੋ DDA ਦਾ ਰੇਟ ਸੀ ਪਰ ਏਕੜ ਦੇ ਹਿਸਾਬ ਨਾਲ 12 ਏਕੜ ਦਾ, ਸਾਨੂੰ ਦਿੱਤਾ ਜਾਵੇ। ਮੈਂ ਇਹਨਾਂ ਨੂੰ ਆਖਿਆ ਜੀ ਤੁਸੀਂ DO ਲੈਟਰ ਲੈ ਲਓ, ਉਹਦੇ ਬਾਅਦ ਅਸੀਂ ਕੰਟੀਨਿਊ ਕਰਦੇ ਹਾਂ। ਸਾਨੂੰ 32 ਕਰੋੜ ਦਾ DO ਲੈਟਰ ਮਿਲਿਆ। ਉਹਦੇ ਬਾਅਦ ਮੈਂ ਆਰਗੂਮੈਂਟ ਇਹਨਾਂ ਨੂੰ ਕਿਹਾ ਪ੍ਰਧਾਨ ਸਕੱਤਰ ਨੂੰ ਕਿ ਸਾਨੂੰ ਇਹ ਦੇਣਾ ਚਾਹੀਦਾ, ਤੁਸੀਂ 32 ਕਰੋੜ ਅੱਜ ਦਾ ਰੇਟ ਮੰਗ ਰਹੇ ਹੋ 1996 ਦਾ 97 ਦਾ, ਲੇਕਿਨ ਸਾਡੇ ਕੋਲ ਕਬਜ਼ਾ 1978 ਦਾ ਹੈ। ਤੁਸੀਂ 1978 ਦਾ DDA ਦਾ ਰੇਟ ਕੱਢੋ। ਜਿਹੜੀ ਚੀਜ਼ ਦਾ 32 ਕਰੋੜ ਮੰਗਦੇ ਸੀ 31,96,000 'ਚ ਉਹ ਹਸਪਤਾਲ ਦੀ ਜਗ੍ਹਾ ਲਈ ਗਈ। ਉਹਦੇ ਬਾਅਦ ਸਮਾਂ ਆਇਆ, ਹਸਪਤਾਲ ਸ਼ੁਰੂ ਹੋਇਆ, ਬਣਨਾ ਸ਼ੁਰੂ ਹੋਇਆ। ਸਾਡਾ ਸਰਨਾ ਸਾਹਿਬ ਦਾ ਆਪਸ ਇਖਤਲਾਫ ਹੋ ਗਿਆ, ਮੈਂ ਅਲੱਗ ਪਾਰਟੀ ਬਣਾ ਲਈ, ਬਾਦਲ ਅਲੱਗ ਚਲੇ ਗਏ। ਮੇਰੇ ਜੁਆਇਨ ਕਰਨ ਤੋਂ ਪਹਿਲੇ ਸਰ ਕੁਲਦੀਪ ਸਿੰਘ ਭੋਗਲ ਨੇ FIR ਸਰਨਾ ਸਾਹਿਬ ਦੇ ਉੱਤੇ ਕਰਾਈ ਹੋਈ ਸੀ ਬਾਲਾ ਸਾਹਿਬ ਦੀ। ਮੈਂ ਉਸ ਗੱਲ 'ਚ ਨਹੀਂ ਜਾਂਦਾ, ਲੇਕਿਨ ਮੈਂ ਸਰਨਾ ਸਾਹਿਬ ਦੀ ਗੱਲ 'ਚ ਜਾਂਦਾ। ਤੁਸੀਂ ਮੈਨੂੰ ਸਵਾਲ ਕੀਤਾ ਕਿ 6 ਸਾਲ ਮੈਂ ਪ੍ਰਧਾਨ ਰਿਹਾ ਤਾਂ ਤੁਸੀਂ ਕਿਉਂ ਨਹੀਂ ਸ਼ੁਰੂ ਕੀਤਾ। ਸਿਚੁਏਸ਼ਨ ਇਹ ਹੈ ਕਿ ਸਰਨਾ ਸਾਹਿਬ ਨੇ ਕੁਝ ਗਲਤੀ ਕੀਤੀ ਹੋਣੀ ਹੈ ਕਿ ਲੀਜ਼ ਕੈਂਸਲ ਹੋ ਗਈ। ਧਿਆਨ ਨਾਲ ਸੁਣਿਓ, ਜਿਹੜੀ ਲੀਜ਼ 31,92,000 'ਚ 32 ਕਰੋੜ ਦੀ ਬਜਾਏ ਅਸੀਂ ਕਰਾਈ ਸੀ, ਸਰਨਾ ਸਾਹਿਬ ਨੂੰ ਲੀਜ਼ ਕੈਂਸਲ ਹੋਈ। ਮੈਂ ਉਦੋਂ ਆਪੋਜੀਸ਼ਨ ਸੀਗਾ, ਮੈਂ ਉਦੋਂ ਬਾਦਲ 'ਚ ਵੀ ਨਹੀਂ ਸੀ। ਮੈਂ ਦਿੱਲੀ ਦੇ ਗਵਰਨਰ ਨੂੰ ਔਰ DDA ਦੇ ਵਾਈਸ ਚੇਅਰਮੈਨ ਨੂੰ ਮਿਲਣ ਗਿਆ। ਮੈਂ ਕਿਹਾ ਦੇਖੋ ਇਹ ਜ਼ਮੀਨ ਗੁਰੂ ਘਰ ਦੀ ਹੈ, ਤੁਸੀਂ ਲੀਜ਼ ਕੈਂਸਲ ਕਰਕੇ ਕੱਲ੍ਹ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰੋਗੇ ਤੇ ਆਪਾਂ ਇੱਥੇ ਭਾਵੇਂ ਤੁਸੀਂ ਤੋਪਾ ਲਾ ਦੇਣਾ, ਜ਼ਮੀਨ ਨਹੀਂ ਦੇਵਾਂਗੇ ਗੁਰਦੁਆਰੇ ਦੀ, ਕਿਉਂਕਿ ਉਹ ਕਬਜ਼ਾ ਮੈਂ ਕੀਤਾ ਸੀ, ਮੇਰੇ ਪਿਤਾ ਦਾ ਸੁਪਨਾ ਸੀ। ਗੁਰੂ 8ਵੇਂ ਪਾਤਸ਼ਾਹ ਦਾ ਸਥਾਨ ਹੈ, ਉੱਥੇ ਇਹ ਹਸਪਤਾਲ ਬਣਨਾ ਚਾਹੀਦਾ। DDA ਨੇ 1 ਕਰੋੜ 47 ਲੱਖ, ਇਹ ਧਿਆਨ ਨਾਲ ਸੁਣਨਾ, 1 ਕਰੋੜ 47 ਲੱਖ ਦਾ ਜੁਰਮਾਨਾ ਲਾਇਆ ਦਿੱਲੀ ਕਮੇਟੀ ਨੂੰ। ਇਹ ਜੁਰਮਾਨਾ ਕਾਹਦਾ ਲੱਗਾ? ਜੇ ਸਰਨਾ ਸਾਹਿਬ ਨੇ ਕੁਝ ਗਲਤ ਨਹੀਂ ਕੀਤਾ ਤਾਂ 1 ਕਰੋੜ 47 ਲੱਖ ਰੁਪਏ ਦਾ ਜੁਰਮਾਨਾ ਕਿਉਂ ਲੱਗਾ? ਔਰ ਫਿਰ ਗੁਰੂ ਘਰ ਚੋਂ ਕਿਉਂ ਗਿਆ? ਫਿਰ ਤਾਂ ਪੱਲਿਓਂ ਦਿੰਦੇ ਨਾ, ਜੇ ਇਹਨਾਂ ਦੀ ਗਲਤੀ ਕਰਕੇ ਲੱਗਾ। ਇਹਨੇ ਸਾਰਾ ਕੁਝ ਹੁੰਦੇ ਹੁੰਦੇ ਕਮੇਟੀ ਬਦਲ ਗਈ, ਕਮੇਟੀ ਸਾਡੇ ਕੋਲ ਆਈ। ਜਦੋਂ ਅਸੀਂ ਕਮੇਟੀ ਆਈ, ਅਸੀਂ ਉੱਥੇ ਹਸਪਤਾਲ ਗਏ, ਉੱਥੇ BL ਕਪੂਰ ਦੇ ਗਾਰਡ ਬੈਠੇ ਸੀ। ਉਹ ਕਹਿੰਦੇ ਜੀ ਸਾਡੇ ਕੋਲ ਕਬਜ਼ਾ ਹੈ, ਕੋਰਟ ਦਾ ਆਰਡਰ ਹੈ, ਇਹਦਾ ਕਬਜ਼ਾ ਸਾਡੇ ਕੋਲ ਹੈ। ਅਸੀਂ BL ਕਪੂਰ ਦੇ ਨਾਲ ਗੱਲ ਕੀਤੀ। ਉਹ ਕਹਿੰਦਾ ਜੀ ਕਿ ਮੈਨੂੰ ਤਾਂ 50 ਕਰੋੜ ਰੁਪਏ ਦੇ ਦਿਓ ਤੇ ਮੈਂ ਤੁਹਾਨੂੰ ਹਸਪਤਾਲ ਵਾਪਸ ਕਰ ਦਿੰਦਾ। BL ਕਪੂਰ ਨੇ ਸਰਨਾ ਸਾਹਿਬ ਦੀ ਕਮੇਟੀ ਨੂੰ 12 ਕਰੋੜ ਜਾਂ 12.5 ਕਰੋੜ ਰੁਪਏ ਦਿੱਤਾ ਸੀਗਾ। ਅੱਗੇ ਉਹਨੇ ਕੰਮ ਸ਼ੁਰੂ ਕਰਨਾ ਸੀਗਾ। ਅਸੀਂ ਕੋਰਟ 'ਚ ਚਲੇ ਗਏ ਕਬਜ਼ਾ ਲੈਣ ਵਾਸਤੇ। ਉਹ ਕੇਸ ਸਾਡਾ ਚੱਲਦਾ ਸਾਡੇ ਕੋਲ 15 ਜਾਂ 16 ਦੇ ਵਿੱਚ ਸੈਟਲ ਹੋਇਆ। BL ਕਪੂਰ ਨੇ ਜਿਹੜਾ ਸਾਡੇ ਕੋਲੋਂ 50 ਕਰੋੜ ਰੁਪਏ ਮੰਗਦਾ ਸੀਗਾ, ਅਸੀਂ ਉਸ ਨੂੰ ਸੈਟਲ ਕੀਤਾ। ਉਹਨੇ 12.5 ਕਰੋੜ ਰੁਪਏ ਦਿੱਤਾ ਸੀਗਾ। ਅਸੀਂ 25 ਲੱਖ ਫਾਲਤੂ, ਮਤਲਬ 12 ਕਰੋੜ 75 ਲੱਖ 'ਤੇ ਫੈਸਲਾ ਕੀਤਾ। ਉਹਦੇ ਬਾਅਦ ਸਾਡੇ ਕੋਲ ਅਕਾਊਂਟ ਨਹੀਂ, ਅਕਾਊਂਟ ਸਰਨਾ ਸਾਹਿਬ ਕੋਲ, ਕਿਉਂਕਿ ਟਰਸਟ ਸੀਗਾ ਪ੍ਰਾਈਵੇਟ, ਇਹਨਾਂ ਨੇ ਬਣਾਇਆ ਜਿੱਥੋਂ ਸਿਆਪਾ ਸ਼ੁਰੂ ਹੋਇਆ। ਕੋਰਟ ਨੇ ਆਰਡਰ ਕੀਤਾ, ਹਾਈ ਕੋਰਟ ਨੇ, ਕਿ ਟਰਸਟ ਦਾ ਜਿਹੜਾ ਅਕਾਊਂਟ ਹੈ ਉਹਦੇ ਪੈਸੇ ਗੁਰਦੁਆਰਾ ਕਮੇਟੀ ਨੂੰ ਟ੍ਰਾਂਸਫਰ ਹੋਣ। ਸਾਨੂੰ ਉਹਦੇ ਵਿੱਚੋਂ ਸਿਰਫ 6 ਕਰੋੜ 75 ਲੱਖ ਰੁਪਏ ਮਿਲਿਆ। ਬਾਕੀ ਪੇਮੈਂਟ ਅਸੀਂ ਗੁਰਦੁਆਰਾ ਕਮੇਟੀ ਵੱਲੋਂ ਪਾ ਕੇ BL ਕਪੂਰ ਨੂੰ ਪੇਮੈਂਟ ਦੇ ਕੇ ਤੇ ਉਹ ਚੀਜ਼ ਅਸੀਂ ਵਾਪਸ ਲਈ। ਉਸ ਤੋਂ ਬਾਅਦ DDA ਦੇ ਜਿਹੜਾ ਲੀਜ਼ ਦਾ ਪੰਗਾ ਸੀਗਾ, ਜਿਹੜਾ ਇਹਨਾਂ ਨੇ ਲੀਜ਼ ਉੱਥੇ ਦਿੱਤੀ ਹੋਈ ਸੀ, ਉਸ ਨੂੰ ਕਲੀਅਰ ਕਰਨ ਦੇ ਵਿੱਚ ਸਾਨੂੰ ਟਾਈਮ ਲੱਗਾ। ਬਾਏ ਦਾ ਟਾਈਮ ਕੋਰਟ ਕਚਹਿਰੀ ਇਹ ਤਾਂ ਨਹੀਂ ਕਿ ਇੱਕ ਦਿਨ 'ਚ ਹੋ ਗਿਆ, ਸਾਨੂੰ ਕਈ ਸਾਲ ਲੱਗੇ। 13 'ਚ ਅਸੀਂ ਚਾਰਜ ਲੈਂਦੇ, 15-16 'ਚ ਆ ਕੇ ਅਸੀਂ BL ਕਪੂਰ ਨੂੰ ਸੈਟਲ ਕਰਨ 'ਚ ਕਾਮਯਾਬ ਹੋਏ। ਉਹ ਹਸਪਤਾਲ ਦੀਆਂ ਚਾਬੀਆਂ ਸਾਨੂੰ ਮਿਲਦੀਆਂ ਨੇ। ਉਹਦੇ ਬਾਅਦ ਅਸੀਂ DDA ਨਾਲ ਲੱਗ ਗਏ ਕਿ ਅਸੀਂ ਨਕਸ਼ੇ ਨਵੇਂ ਸਿਰਿਓਂ ਪਾਸ ਕਰਾਣੇ। ਕਿਉਂ? ਕਿਉਂਕਿ ਪਹਿਲੇ ਇੰਨੀ ਜਗ੍ਹਾ ਦੇ ਵਿੱਚ ਸਿਰਫ 400 ਬੈੱਡ ਦਾ ਹਸਪਤਾਲ ਬਣ ਸਕਦਾ ਸੀ 10 ਏਕੜ 'ਚ।
25 ਏਕੜ ਦੇ ਵਿੱਚ ਮੈਡੀਕਲ ਕਾਲਜ ਵੀ ਬਣ ਸਕਦਾ ਤੇ ਸਾਰਾ ਕੁਝ ਬਣ ਸਕਦਾ। ਹੁਣ ਕਿਉਂਕਿ ਦਿੱਲੀ 'ਚ ਜਗ੍ਹਾ ਸ਼ਾਰਟ ਹੋ ਗਈ, ਸਰਕਾਰ ਨੇ FAR ਵਧਾ ਦਿੱਤਾ। ਉਹਨਾਂ ਨੇ ਕਿਹਾ ਹੁਣ 10 ਏਕੜ ਤੁਸੀਂ ਮੈਡੀਕਲ ਕਾਲਜ ਵੀ ਬਣਾਓ, 10 ਏਕੜ ਤੁਸੀਂ ਨਰਸਿੰਗ ਕਾਲਜ ਵੀ ਬਣਾਓ, 10 ਏਕੜ ਤੁਸੀਂ 400 ਬੈੱਡ ਦਾ ਨਹੀਂ 800 ਬੈੱਡ ਦਾ ਹਸਪੀਟਲ ਇਸੇ ਜਗ੍ਹਾ ਤੇ ਬਣ ਸਕਦਾ। ਉਹਦਾ FAR ਵੱਧ ਗਿਆ। ਮੈਂ 2018 'ਚ ਬਾਹਰ ਆ ਜਾਣਾ, ਸਰਸਾ ਸਾਹਿਬ ਐਲਾਨ ਕਰਦੇ ਨੇ ਕਿ ਹੁਣ ਸਾਰੀ ਫਾਰਮੈਲਿਟੀਜ਼ ਅਸੀਂ ਪੂਰੀਆਂ ਕਰ ਲਈਆਂ 2019 'ਚ, ਕਿਉਂਕਿ ਜਿਹੜੀਆਂ ਫਾਰਮੈਲਿਟੀਆਂ ਅਸੀਂ ਸ਼ੁਰੂ ਕੀਤੀਆਂ ਸੀ, ਮੈਨੂੰ ਨਹੀਂ ਪਤਾ ਇਹਨਾਂ ਨੇ ਕਲੀਅਰ ਕੀਤੀਆਂ ਨਹੀਂ ਕੀਤੀਆਂ, ਪਰ ਜੋ ਸਟੇਜ ਤੇ ਕਿਹਾ, ਮੈਂ 1 ਕਰੋੜ ਰੁਪਏ ਦਾ ਚੈੱਕ ਬਾਬਾ ਬਚਨ ਸਿੰਘ ਜੀ ਨੂੰ ਦੇ ਰਿਹਾ ਵਾਂ। ਹੁਣ ਇਹ 400 ਬੈੱਡ ਦਾ ਨਹੀਂ 550 ਬੈੱਡ ਦਾ ਹਸਪੀਟਲ ਬਣੇਗਾ, ਮੈਡੀਕਲ ਕਾਲਜ ਬਣੇਗਾ। ਅੱਜ ਤੱਕ ਸਰਸਾ ਸਾਹਿਬ ਹੁਣ ਜਵਾਬ ਦੇ ਦੇਣ 1 ਕਰੋੜ ਰੁਪਏ ਦਾ ਚੈੱਕ ਉਹਨਾਂ ਨੇ ਕਿਹੜਾ ਦਿੱਤਾ, ਉਹਦੀ ਫੋਟੋ ਕਾਪੀ ਦੇ ਦੇਣ। ਬਾਬਾ ਬਚਨ ਸਿੰਘ ਜੀ ਦਿਖਾ ਦੇਣ ਕਿ ਉਹਨਾਂ ਦੇ ਅਕਾਊਂਟ 'ਚ 1 ਕਰੋੜ ਰੁਪਏ ਦਾ ਚੈੱਕ ਆਇਆ ਕਿ ਨਹੀਂ ਆਇਆ ਸਰਸਾ ਸਾਹਿਬ ਦਾ। ਜੋ ਇਹ ਹਸਪਤਾਲ ਬਣਿਆ, ਇਹ ਹਸਪਤਾਲ ਦੀ ਡੈਫੀਨੇਸ਼ਨ ਕੀ ਹੁੰਦੀ ਹੈ? ਇਹਨਾਂ ਨੇ ਡਾਇਲਿਸਿਸ ਸੈਂਟਰ ਨੂੰ ਹਸਪਤਾਲ ਕਹੀ ਜਾਂਦੇ। ਹਸਪਤਾਲ ਦੀ ਡੈਫੀਨੇਸ਼ਨ ਆ ਉੱਥੇ OPD ਹੋਣੀ ਚਾਹੀਦੀ, ਉੱਥੇ ਆਪਰੇਸ਼ਨ ਥੀਏਟਰ ਹੋਣਾ ਚਾਹੀਦਾ, ਉੱਥੇ ਰਿਕਵਰੀ ਰੂਮ ਹੋਣੇ ਚਾਹੀਦੇ ਨੇ, ਐਮਰਜੈਂਸੀ ਹੋਣੀ ਚਾਹੀਦੀ ਹੈ, ਉੱਥੇ ਕਾਰਡੀਓ ਦੇ, ਨਿਊਰੋ ਦੇ, ਆਰਥੋ ਦੇ ਇਹ ਡਿਪਾਰਟਮੈਂਟ ਹੋਣੇ ਚਾਹੀਦੇ। ਇਹ ਡਿਪਾਰਟਮੈਂਟ ਕਿੱਥੇ ਨੇ? ਮਤਲਬ ਆਪਾਂ ਇਹ ਕਹਿ ਰਹੇ ਹਾਂ ਵੀ ਸੰਗਤ ਨਾਲ ਧੋਖਾ ਹੋ ਰਿਹਾ। ਮੈਂ ਸਮਝਦਾ ਕਿ ਸੰਗਤ ਨਾਲ ਬਿਲਕੁਲ ਧੋਖਾ ਹੋਇਆ। ਜਿਸ ਨੀਅਤ ਦੇ ਨਾਲ ਅਸੀਂ ਇਹ ਜ਼ਮੀਨ ਲਈ ਸੀ, ਇਸ ਜ਼ਮੀਨ ਦੇ ਉੱਤੇ ਅਸੀਂ ਆਪ ਡਾਂਗਾ ਖਾਧੀਆਂ ਨੇ, ਔਰ 23-24 ਸਾਲ ਦੀ ਉਮਰ 'ਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇਹ ਜ਼ਮੀਨ 'ਤੇ ਕਬਜ਼ਾ ਕੀਤਾ ਸੀਗਾ। ਇਹ ਜ਼ਮੀਨ ਤਾਂ ਸਾਨੂੰ ਮਿਲੀ ਸੀਗੀ। ਮੈਂ ਇਹ ਚਾਹਾਂਗਾ ਕਿ ਇਹ ਹਸਪਤਾਲ ਜਿਹੜਾ ਹੈਗਾ, ਇਹਦਾ ਮੈਨੇਜਮੈਂਟ ਐਗਰੀਮੈਂਟ ਹੋ ਸਕਦਾ ਕਿਸੇ ਨਾਲ, ਲੇਕਿਨ ਇਹ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ। ਇਹ ਗੁਰੂ ਘਰ ਦੀ ਚੀਜ਼ ਹੈ, ਔਰ ਇਹਦੇ ਵਿੱਚ ਅੱਜ ਵੀ ਆਉਣ ਵਾਲੇ ਸਮੇਂ 'ਚ ਬਹੁਤ ਵਧੀਆ ਹਸਪੀਟਲ ਬਣੇਗਾ, ਪਰ ਉਦੋਂ ਬਣੇਗਾ ਕਿ ਕਿਹਦੀ ਨੀਅਤ ਹੈ ਇਸ ਨੂੰ ਠੀਕ ਤਰੀਕੇ ਨਾਲ ਬਣਾਉਣ ਲਈ, ਔਰ ਸੰਗਤ ਤੋਂ ਪਾਰਦਰਸ਼ਤਾ ਦੇ ਨਾਲ। ਹੁਣ ਸਰਨਾ ਸਾਹਿਬ ਨੇ ਜਿਸ ਦਿਨ ਐਗਰੀਮੈਂਟ ਕੀਤਾ BL ਕਪੂਰ ਦਾ, ਉਹਨਾਂ ਦਾ ਜਨਰਲ ਸੈਕਟਰੀ ਹੈ ਸ਼ੰਟੀ, ਉਹ ਕਹਿੰਦਾ ਮੈਨੂੰ ਦਿਖਾਇਆ ਹੀ ਨਹੀਂ ਜੀ। ਮੈਨੂੰ ਸ਼ੰਟੀ ਉਸ ਮੀਟਿੰਗ 'ਚ ਬੁਲਾਉਂਦਾ 2012 'ਚ, ਐਗਜ਼ੈਕਟਿਵ ਮੀਟਿੰਗ ਹੁੰਦੀ ਹੈ, ਮੈਨੂੰ ਔਨ ਇਨਵੀਟੇਸ਼ਨ ਬੁਲਾਉਂਦਾ। ਜਦੋਂ ਮੈਂ ਮੀਟਿੰਗ ਅਟੈਂਡ ਕਰਨ ਜਾਂਦਾ ਉਦੋਂ ਦਰਵਾਜ਼ੇ ਬੰਦ ਕਰਤੇ ਹੁੰਦੇ ਆ, 90 ਬੰਦੇ ਮੈਨੂੰ ਕਿਰਪਾਨਾਂ ਨਾਲ ਵੱਢਦੇ ਆ। ਉਹ ਮੇਰੀਆਂ ਵੀਡੀਓ ਦੇਖ ਲਓ, ਮੇਰੇ ਤੇ FIR ਦੇਖ ਲਓ ਕਿ ਮੈਂ ਮੈਂਬਰ ਹੋ ਕੇ ਮੀਟਿੰਗ ਅਟੈਂਡ ਕਰਨ ਜਾਵਾਂ। ਮੀਟਿੰਗ 'ਚ ਇੱਕੋ ਏਜੰਡਾ BL ਕਪੂਰ ਨੂੰ ਹਸਪਤਾਲ ਦਿੱਤਾ ਜਾ ਰਿਹਾ। ਜਨਰਲ ਸੈਕਟਰੀ ਮੈਨੂੰ ਬੁਲਾ ਰਿਹਾ ਕਿ ਆ ਕੇ ਦੇਖ ਲੈ ਇੱਥੇ ਕੁਝ ਗੜਬੜ ਹੋ ਰਹੀ ਹੈ। ਸੋ ਮੈਂ ਸਮਝਦਾ ਕਿ ਜਿਨ੍ਹਾਂ ਨੇ ਵੀ ਇਹਨੂੰ ਲੁਕਾ ਕੇ ਕਰਨੀ। ਅੱਜ ਮੈਂ ਸਰਸੇ ਨੂੰ ਕੀ ਕਹਿ ਰਿਹਾ? ਅੱਜ ਮੈਂ ਸਰਸੇ ਨੂੰ ਕਹਿ ਰਿਹਾ, ਭਾਈ ਤੂੰ NGO ਦਾ ਐਗਰੀਮੈਂਟ ਤਾਂ ਦਿਖਾ ਦੇ, ਤੂੰ ਉਹਦੇ ਨਾਲ ਕੀ ਕੀਤਾ? ਜੀਕੇ ਸਾਹਿਬ ਤੁਸੀਂ ਨਾ ਸ਼ੰਟੀ ਸਾਹਿਬ ਦਾ ਜ਼ਿਕਰ ਕੀਤਾ। ਸ਼ੰਟੀ ਸਾਹਿਬ ਨੇ ਤੁਹਾਡੇ 'ਤੇ ਵੀ ਬੜੇ ਐਲੀਗੇਸ਼ਨ ਲਾਏ। ਤੁਹਾਡੇ 'ਤੇ 3 FIR ਵੀ ਦਰਜ ਹੋਈਆਂ। ਉਹ ਜਿਹੜੀ FIR ਦਰਜ ਹੋਈਆਂ ਤੁਹਾਡੇ 'ਤੇ, ਉਹ ਝੂਠੀਆਂ ਹੋਈਆਂ ਕਿ ਸੱਚੀਆਂ ਹੋਈਆਂ? ਸੰਗਤ ਜਿਹੜੀ ਆ, ਸੰਗਤ ਦੇ ਦਾ ਜਵਾਬ ਮੰਗਦੀ, ਕਿਉਂਕਿ ਜਿਹੜਾ ਗੁਰਦੁਆਰਾ ਸਾਹਿਬ ਹੁੰਦਾ, ਗੁਰਦੁਆਰਾ ਹੋਏ ਸੋਝੀ ਪਾਈ ਸੀ। ਇੱਥੋਂ ਆਪਾਂ ਧਾਰਮਿਕ ਰੂਹਾਨੀਅਤ ਵੀ ਲੈਣ ਆਉਂਦੇ ਆ, ਇੱਥੋਂ ਆਪਾਂ ਪੂਰੀ ਜੀਵਨ ਜਾ ਸਿੱਖਦੇ ਹਾਂ। ਜੇ ਗੁਰਦੁਆਰੇ ਦੇ ਪ੍ਰਧਾਨਾਂ ਦੇ ਉੱਤੇ ਹੀ ਧੋਖਾਧੜੀ, ਕਰਪਸ਼ਨ ਦੇ ਦੋਸ਼ ਲੱਗ ਜਾਣ ਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚਦੀ ਆ। ਤੁਹਾਡੇ 'ਤੇ ਜਿਹੜੇ ਪਰਚੇ ਦਰਜ ਹੋਏ 3, ਇਹ ਜਾਇਜ਼ ਹੋਏ ਜਾਂ ਨਾਜਾਇਜ਼ ਹੋਏ ਆ? ਸਭ ਤੋਂ ਵੱਡੀ ਗੱਲ ਕਿ 2018 ਦੇ ਸਤੰਬਰ 'ਚ ਮੇਰੇ ਖਿਲਾਫ ਸ਼ੰਟੀ ਕੰਪਲੇਂਟ ਦਿੰਦਾ ਹੈ, ਔਰ ਮੈਂ ਅਸਤੀਫਾ ਦੇ ਕੇ ਬਾਹਰ ਆ ਜਾਂਦਾ। FIR ਮੇਰੇ 'ਚ 2019 ਤੇ ਹੋ ਰਹੀ ਹੈ। ਮੇਰੇ ਤੋਂ ਪਹਿਲੇ ਸਰਨਾ ਸਾਹਿਬ ਤੇ 4 FIR ਨੇ। ਸਰਨਾ ਸਾਹਿਬ ਨੇ ਅਸਤੀਫਾ ਨਹੀਂ ਦਿੱਤਾ। ਮੇਰੇ ਤੋਂ ਬਾਅਦ ਸਰਸੇ ਤੇ 3 FIR ਨੇ। ਸਰਸਾ ਸਾਹਿਬ ਨੇ ਅਸਤੀਫਾ ਨਹੀਂ ਦਿੱਤਾ। ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਗੁਰੂ ਘਰ ਦੇ ਵਿੱਚ ਜਦੋਂ ਸੇਵਾ ਕਰਨ ਆਓ ਨਾ, ਅਗਰ ਨੋ ਵਰਕ ਨੋ ਪ੍ਰੋਬਲਮ, ਜੇ ਕੰਮ ਕਰੋਗੇ ਪ੍ਰੋਬਲਮਸ ਹੋਣਗੀਆਂ। ਮੇਰੀ ਜਿਹੜੀ ਜਨਵਰੀ 'ਚ FIR ਦਰਜ ਹੁੰਦੀ, ਉਹ 'ਤੇ ਕਲੋਜ਼ਰ ਫਾਈਲ ਹੋ ਗਿਆ। ਦੁਬਾਰਾ ਅਪੀਲ 'ਚ ਗਏ ਹੋਏ ਨੇ, ਦੁਬਾਰਾ ਉਹਦਾ ਸਿਸਟਮ ਆ ਜਾਏਗਾ ਸਾਹਮਣੇ। ਹੁਣ ਮੇਰੇ 'ਤੇ ਕਰਪਸ਼ਨ ਦੇ ਚਾਰਜਸ ਦੇ ਤੁਸੀਂ ਸਵਾਲ ਮੈਨੂੰ ਚੰਗਾ ਪੁੱਛ ਲਿਆ, ਮੈਂ ਤੁਹਾਨੂੰ ਇਸ ਦੇ ਉੱਤੇ ਜਵਾਬ ਦਿੰਦਾ। 1 FIR ਛੱਡੋ, 2 FIR ਛੱਡੋ, ਸਿਚੁਏਸ਼ਨ ਇਹ ਹੈ, ਇੰਨੀਆਂ ਕੰਪਲੇਂਟਸ ਮੇਰੇ ਖਿਲਾਫ ਦੇ ਚੁੱਕੇ ਨੇ ਕਿ ਰੋਜ਼ 1 FIR ਹੋ ਸਕਦੀ ਹੈ। ਇੱਕ ਬਹੁਤ ਵੱਡਾ ਮਸਲਾ ਦਿੱਲੀ ਦਾ, ਜਥੇਦਾਰ ਰਣਜੀਤ ਸਿੰਘ ਜਦੋਂ ਅਕਾਲ ਤਖਤ ਦੇ ਜਥੇਦਾਰ ਸੀਗੇ, ਉਹ ਹਰੀਨਗਰ ਸਕੂਲ ਦਾ ਆਇਆ। ਹਰੀਨਗਰ ਸਕੂਲ ਜਿਹੜਾ ਸੀ, ਅਵਤਾਰ ਸਿੰਘ ਹਿੱਤ ਨੇ ਆਪਣੇ ਨਾਲ ਰਸੀਦ ਕਰਾ ਲਈ, ਮਸਲਾ ਆਇਆ। ਸਿੰਘ ਸਾਹਿਬ ਨੇ ਅਕਾਲ ਤਖਤ ਤੇ ਸਾਰੀ ਕਮੇਟੀ ਬਣਾਈ, ਉਹਦਾ ਫੈਸਲਾ ਕਰ ਦਿੱਤਾ ਕਿ ਇਹ ਜਿਹੜਾ ਸਕੂਲ ਹੈਗਾ ਇਹ ਵਾਪਸ ਗੁਰਦੁਆਰਾ ਕਮੇਟੀ ਨੂੰ ਜਾਏ, ਔਰ ਹਿੱਤ ਨੂੰ 1 ਕਰੋੜ ਰੁਪਇਆ ਦੇ ਦਿੱਤਾ ਜਾਵੇ।
ਉਹ ਫੈਸਲਾ ਹੋ ਗਿਆ, ਹਿੱਤ ਸਾਹਿਬ ਨੂੰ ਪੈਸੇ ਮਿਲੇ ਨਹੀਂ ਮਿਲੇ, ਲੇਕਿਨ ਸਕੂਲ ਕਮੇਟੀ ਕੋਲ ਆ ਗਿਆ। ਜਦੋਂ ਮੈਂ ਨਿਕਲ ਆਇਆ ਬਾਹਰ 2019 ਦੇ ਵਿੱਚ, ਸਰਸਾ ਸਾਹਿਬ ਨੇ ਮੀਡੀਆ ਨੂੰ ਚਿੱਠੀ ਰਿਲੀਜ਼ ਕੀਤੀ, ਔਰ ਚਿੱਠੀ ਰਿਲੀਜ਼ ਕੀਤੀ ਕਿ ਮਨਜੀਤ ਸਿੰਘ ਨੇ ਅਵਤਾਰ ਸਿੰਘ ਹਿੱਤ ਨੂੰ 2016 'ਚ ਸਕੂਲ 500 ਕਰੋੜ ਦਾ ਵਾਪਸ ਦੇ ਦਿੱਤਾ। ਨਾ ਮੇਰੇ ਉਹਦੇ ਥੱਲੇ ਦਸਖਤ, ਨਾ ਚਿੱਠੀ ਤੇ ਜਿਹੜਾ ਰੈਫਰੈਂਸ ਨੰਬਰ ਠੀਕ ਹੈ, 2 ਪੈਰੇ, ਪਹਿਲੇ ਪੈਰੇ ਦਾ ਫੌਂਟ ਹੋਰ, ਦੂਜੇ ਪੈਰੇ ਦਾ ਫੌਂਟ ਹੋਰ। ਬੜਾ ਵੱਡਾ ਮਸਲਾ ਖੜਾ ਹੋ ਗਿਆ। ਅਕਾਲ ਤਖਤ ਸਾਹਿਬ ਤੇ ਮਸਲਾ ਚਲੇ ਗਿਆ। ਅਕਾਲ ਤਖਤ ਸਾਹਿਬ ਨੇ ਪਿਛਲੇ ਸਾਲ ਜਦੋਂ ਕੋਵਿਡ ਹੋਇਆ ਨਾ, ਕੋਵਿਡ 22 ਮਾਰਚ ਨੂੰ ਲੱਗਾ ਲੋਕਡਾਊਨ, 5 ਮਾਰਚ ਨੂੰ ਮੌਜੂਦਾ ਪ੍ਰਧਾਨ ਸਰਸਾ, ਸਾਬਕਾ ਪ੍ਰਧਾਨ ਸਾਰੇ, ਉਹਦੇ 'ਚ ਅਵਤਾਰ ਸਿੰਘ ਹਿੱਤ ਵੀ ਪ੍ਰਧਾਨ ਰਿਹਾ, ਦੋਵੇਂ ਸਣੇ ਭਰਾ ਪ੍ਰਧਾਨ ਰਹੇ, ਤੇ ਮੈਨੂੰ ਵੀ ਬੁਲਾ ਲਿਆ। ਜਦੋਂ ਅਸੀਂ ਅਕਾਲ ਤਖਤ ਸਾਹਿਬ ਪੇਸ਼ ਹੋਏ ਤੇ ਸਰਸਾ ਸਾਹਿਬ ਆਪਣੇ ਨਾਲ ਜਨਰਲ ਸੈਕਟਰੀ ਹਰਮੀਤ ਕਾਲਕੇ ਨੂੰ ਵੀ ਲੈ ਗਏ। ਸਿਚੁਏਸ਼ਨ ਇਹ ਹੈ, ਜਥੇਦਾਰ ਅਕਾਲ ਤਖਤ ਸਾਹਿਬ ਮੈਨੂੰ ਚਿੱਠੀ ਦਿਖਾਉਂਦੇ ਨੇ, ਮਨਜੀਤ ਜੀ ਇਹ ਦੱਸੋ, ਪੇਸ਼ੀ ਹੋ ਰਹੀ ਸਾਰਿਆਂ ਦੀ, ਇਹ ਤੁਹਾਡੀ ਚਿੱਠੀ ਹੈ? ਮੈਂ ਕਿਹਾ ਨਹੀਂ ਸਿੰਘ ਸਾਹਿਬ, ਇਹ ਮੇਰੀ ਚਿੱਠੀ ਨਹੀਂ ਹੈ। ਕਿੱਦਾਂ ਤੁਸੀਂ ਕਹਿੰਦੇ ਹੋ ਮੇਰੀ ਚਿੱਠੀ ਨਹੀਂ ਹੈ? ਮੈਂ ਕਿਹਾ ਸਿੰਘ ਸਾਹਿਬ ਪਹਿਲੇ ਪੈਰੇ ਦਾ ਫੌਂਟ ਦੇਖੋ, ਦੂਜੇ ਦਾ ਦੇਖੋ, ਰੈਫਰੈਂਸ ਨੰਬਰ ਨਹੀਂ ਹੈ, ਥੱਲੇ ਜਿਹੜੇ ਸਾਈਨ ਨੇ ਮੇਰੇ ਨਹੀਂ ਹੈ। ਇਹ ਸਰਸਾ ਸਾਹਿਬ ਤੇ ਹਰਮੀਤ ਕਾਲਕਾ ਐਡੇ ਫਾਈਲਾਂ ਲੈ ਕੇ ਆਏ ਨੇ ਮੇਰੀਆਂ, ਇਹਦੇ 'ਚ 500 ਦਸਤਖਤ ਨੇ, ਮੈਚ ਕਰਾ ਲਓ ਮੇਰੇ। ਕਹਿੰਦੇ ਜੇ ਤੇਰੀ ਚਿੱਠੀ ਨਹੀਂ ਹੈ ਤੇ ਫਿਰ ਇਹ ਚਿੱਠੀ ਦਿੱਤੀ ਕਿੰਨੇ ਆ, ਬਣਾਈ ਕਿੰਨੇ ਆ? ਮੈਂ ਕਿਹਾ ਜੀ ਇਹ ਸਰਸੇ ਨੇ ਬਣਾ ਕੇ ਹਿੱਤ ਨੂੰ ਦਿੱਤੀ ਆ ਕਿ ਮੈਂ ਤੈਨੂੰ ਸਕੂਲ ਦੇ ਦੇਣਾ, ਤੂੰ ਮੈਨੂੰ ਪ੍ਰਧਾਨ ਬਣਾ ਦੇ। ਮਨਜੀਤ ਚਲੇ ਗਿਆ ਤੇ ਮੈਂਬਰ ਤੇਰੇ ਜਿਹੜੇ ਉਹ ਮੇਰੇ ਨਾਲ ਖਲੋ ਜਾਣ ਤੇ ਸੁਖਬੀਰ ਮੈਨੂੰ ਪ੍ਰਧਾਨ ਬਣਾ ਦੇਗਾ। ਮੈਂ ਕਿਹਾ ਇਹਨਾਂ ਦੋਵਾਂ 'ਚ ਸੌਦਾ ਹੋਇਆ। ਉਹਨਾਂ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਪੁੱਛਿਆ, ਹਿੱਤ ਸਾਹਿਬ ਅਕਾਲ ਤਖਤ 'ਤੇ ਬੈਠੇ ਹੋ, 6ਵੇਂ ਗੁਰੂ ਦਾ ਸਥਾਨ ਹੈ, ਇਹ ਦੱਸਿਆ ਜਾਵੇ ਕਿ ਚਿੱਠੀ ਤੁਹਾਨੂੰ ਕਿਹਨੇ ਦਿੱਤੀ ਹੈ? ਅਵਤਾਰ ਸਿੰਘ ਹਿੱਤ ਆਖਦਾ ਜੀ ਮੈਨੂੰ ਤੇ ਮਨਜਿੰਦਰ ਸਿੰਘ ਸਿਰਸੇ ਨੇ ਦਿੱਤੀ। ਹੁਣ ਇਹ ਕਰਪਸ਼ਨ ਦੇ ਚਾਰਜਸ FIR 2 ਗਣਾਓ, 3 ਗਣਾਓ, 1 ਗਣਾਓ, 20 ਗਣਾ ਦਿਓ, ਪਰ ਜੋ ਕੁਛ ਹੋਇਆ ਉਹ ਤੁਹਾਨੂੰ ਮੈਂ ਦੱਸ ਰਿਹਾ। ਇਹ ਅਕਾਲ ਤਖਤ ਸਾਹਿਬ ਤੇ ਹੋ ਰਿਹਾ, ਇਹ ਮੈਨੂੰ ਨਾ ਪੁੱਛੋ, ਸਰਸਾ ਸਾਹਿਬ ਨੂੰ ਪੁੱਛੋ, ਇਹ ਜਾ ਕੇ ਸਰਨਾ ਸਾਹਿਬ ਨੂੰ ਪੁੱਛੋ, ਇਹ ਹਿੱਤ ਸਾਹਿਬ ਨੂੰ ਪੁੱਛੋ, ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੁੱਛੋ ਨਾ ਉਹਨਾਂ ਦੇ ਸਾਹਮਣੇ ਕੀ ਹੋਇਆ। ਮੈਨੂੰ ਜਥੇਦਾਰ ਅਕਾਲ ਤਖਤ ਕਹਿੰਦੇ ਨੇ ਮਨਜੀਤ ਤੂੰ ਤਾਂ ਸੁਰਖਰੂ ਹੋ ਗਿਆ ਤੇ ਤੂੰ ਇੱਕ ਐਪਲੀਕੇਸ਼ਨ ਦੇ, ਮੈਂ ਕਮੇਟੀ ਬਣਾਣੀ। ਮੈਂ ਉਸੇ ਵੇਲੇ ਚਿੱਠੀ ਲਿਖ ਕੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਦੇ ਦੇਣਾ, ਜਥੇਦਾਰ ਪ੍ਰੀਤ ਸਿੰਘ ਹੋਰਾਂ ਨੂੰ। ਉਹ ਕਹਿੰਦੇ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਮੈਂ ਕਮੇਟੀ ਬਣਾਵਾਂ? ਮੈਂ ਕਿਹਾ ਜੀ ਇੱਕ ਨਹੀਂ 2 ਕਮੇਟੀਆਂ ਬਣਾਓ, ਤੁਸੀਂ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਜਿਹੜੇ ਝੂਠੇ ਰੋਜ਼ ਮੇਰੇ ਤੇ ਕੇਸ ਪਾ ਰਹੇ ਨੇ। ਖਾਲਸਾ ਜੀ ਅਗਲੀ ਗੱਲ, ਮੈਂ ਕਿਹਾ ਸਿੰਘ ਸਾਹਿਬ ਇਹ ਗੱਲ ਤਾਂ ਛੱਡੋ, ਇੱਕ ਗੱਲ ਹੋਰ ਦੱਸਦਾ, ਕਿਉਂਕਿ ਤੁਹਾਡੇ ਕੋਲ ਸਮਾਂ ਨਹੀਂ ਹੈ। ਮੇਰੇ ਤੇ ਮੇਰਾ ਖਿਆਲ ਇਹਨਾਂ ਨੇ ਕਿੰਨੇ ਝੂਠੇ ਕੇਸ ਬਣਾਤੇ, ਇੰਪਲੋਈਜ਼ ਨੂੰ ਧਮਕਾ ਕੇ, ਡਰਾ ਕੇ, ਤੇਰੀ ਨੌਕਰੀ ਜਾਊਗੀ, ਤੇਰਾ ਫਲੈਟ ਖਾ ਜਾਵਾਂਗੇ, ਤੇਰੀ ਰਿਹਾਇਸ਼ ਖਾਲੀ ਕਰਾਵਾਂਗੇ। ਇੱਕ 10 ਲੱਖ ਦਾ ਕੇਸ ਮੇਰੇ ਤੇ ਹੋਰ ਪਾਇਆ ਜੀ ਸਰਸਾ ਸਾਹਿਬ ਨੇ। ਕਹਿੰਦੇ ਜੀ ਉਹ ਕੀ ਆ? ਮੈਂ ਕਿਹਾ ਜੀ GTB-IT ਅਵਤਾਰ ਸਿੰਘ ਸਾਡਾ ਇੰਜੀਨੀਅਰਿੰਗ ਕਾਲਜ ਹੈ, ਇਹ ਚੇਅਰਮੈਨ ਨੇ ਹਿੱਤ ਸਾਹਿਬ, ਇਹਨਾਂ ਦਾ ਮੈਨੂੰ ਫੋਨ ਆਉਂਦਾ ਕਿ ਮਨਜੀਤ ਸਾਡੀਆਂ ਸੀਟਾਂ ਕੈਂਸਲ ਹੋ ਜਾਣਗੀਆਂ, ਅੱਜ 10 ਲੱਖ ਰੁਪਇਆ ਮੈਨੂੰ ਚਾਹੀਦਾ, ਮੈਂ ਉੱਥੇ ਜਮ੍ਹਾਂ ਕਰਾਉਣਾ ਹੈ ਔਰ ਕੈਸ਼ ਚਾਹੀਦਾ। ਮੈਂ ਕਿਹਾ ਆਪਣੇ ਕਾਲਜ 'ਚੋਂ ਵਿਡਰਾਅ ਕਰ ਲਓ, ਤੁਹਾਡੇ ਕੋਲ ਕਰੋੜਾਂ ਰੁਪਇਆ ਪਿਆ ਕਾਲਜ। ਉਹ ਕਹਿੰਦੇ ਅਸੀਂ ਕੈਸ਼ ਨਹੀਂ ਵਿਡਰਾਅ ਕਰ ਸਕਦੇ, ਤੂੰ ਗੁਰਦੁਆਰਾ ਕਮੇਟੀ 'ਚੋਂ ਸਾਨੂੰ ਭੇਜ ਦੇ, ਅਸੀਂ ਤੈਨੂੰ ਚੈੱਕ ਭੇਜ ਦਿਆਂਗੇ। ਮੈਂ ਕਿਹਾ ਚਿੱਠੀ ਲਿਖ ਕੇ ਭੇਜ ਦਿਓ। ਉਹਨਾਂ ਦਾ ਅਕਾਊਂਟੈਂਟਾਂ ਦਾ ਚਿੱਠੀ ਲਿਖ ਕੇ ਥੱਲੋਂ ਉਸ ਖਜ਼ਾਨੇ 'ਚੋਂ 10 ਲੱਖ ਰੁਪਇਆ ਲੈ ਜਾਂਦਾ। ਸਰਸਾ ਸਾਹਿਬ ਉਸ ਅਕਾਊਂਟੈਂਟ ਨੂੰ ਬੁਲਾਉਂਦੇ ਨੇ, ਕਹਿੰਦੇ ਨੇ ਕਿ ਆਪਣੇ ਸਾਈਨ ਮੁੱਕਰ ਜਾ, ਨਹੀਂ ਤਾਂ ਤੈਨੂੰ ਸਸਪੈਂਡ ਕਰ ਦਿਆਂਗਾ, ਔਰ ਕਹਦੇ ਕਿ ਮਨਜੀਤ ਸਿੰਘ ਨੇ ਝੂਠੇ ਸਾਈਨ ਮਾਰ ਕੇ ਪੈਸੇ ਲਏ ਨੇ। ਮੈਂ ਕਿਹਾ ਜੀ ਇਹ ਵੀ ਮੇਰੇ ਉੱਤੇ ਕੋਰਟ ਦੇ ਵਿੱਚ ਇਹਨਾਂ ਨੇ ਥਾਣੇ ਦੇ ਵਿੱਚ ਐਪਲੀਕੇਸ਼ਨ ਦਿੱਤੀ ਹੈ। ਅੱਜ ਕਿਉਂਕਿ ਮੌਕਾ ਬਣ ਗਿਆ, ਹਿੱਤ ਸਾਹਿਬ ਇੱਥੇ ਬੈਠੇ ਨੇ, ਮੈਂ ਤੁਹਾਡੀ ਮੌਜੂਦਗੀ 'ਚ ਹਿੱਤ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿ ਉਹ 10 ਲੱਖ ਤੁਹਾਡੇ ਕੋਲ ਆਏ ਨੇ? ਹਿੱਤ ਸਾਹਿਬ ਕਹਿੰਦੇ, ਜਦੋਂ ਸਿੰਘ ਸਾਹਿਬ ਨੇ ਪੁੱਛਿਆ, ਹਿੱਤ ਸਾਹਿਬ ਕਹਿੰਦੇ ਜੀ ਮੇਰੇ ਕੋਲ 10 ਲੱਖ ਰੁਪਏ ਆਏ ਨੇ। ਉਹ ਕਹਿੰਦੇ ਫਿਰ ਇਹ ਕੇਸ ਕਿੰਨੇ ਪਾਇਆ? ਕਹਿੰਦਾ ਜੀ ਇਹ ਸਰਸੇ ਨੇ ਝੂਠੇ ਕਾਗਜ਼ ਬਣਾ ਕੇ ਪਾਇਆ, ਮੈਂ ਇਸ ਕੇਸ ਦੇ ਵਿੱਚ ਬਿਲਕੁਲ ਇਸ ਤੇ ਮੋਹਰ ਲਾਉਣ ਨੂੰ। ਇਹ ਅਕਾਲ ਤਖਤ ਤੇ ਗੱਲਾਂ ਹੋ ਰਹੀਆਂ, ਤੁਸੀਂ ਅੱਜ ਮੈਨੂੰ ਲਾਈਵ ਪੁੱਛ ਰਹੇ ਹੋ ਨਾ, ਇੱਦਾਂ ਦੇ ਤੇ ਮੈਂ ਇੰਨਾ ਕੁਝ ਦੱਸ ਸਕਦਾ ਕਿ ਜਿਹੋ ਜਿਹੇ ਝੂਠੇ ਮੁਕੱਦਮੇ ਇਹਨਾਂ ਨੇ ਮੇਰੇ ਤੇ ਪਾਏ ਨੇ। ਤੁਸੀਂ ਨਾਮ ਸ਼ੁਰੂ ਕੀਤਾ ਸ਼ੰਟੀ ਜੀ ਤੋਂ, ਮੈਂ ਪੁੱਛਣਾ ਚਾਹੁੰਦਾ ਸਰਨਾ ਸਾਹਿਬ ਬੜੇ ਇਮਾਨਦਾਰ ਨੇ, ਕਿਉਂਕਿ ਮਨਜੀਤ ਸਿੰਘ ਤੇ FIR ਹੋਈਆਂ, ਸਰਸੇ ਤੇ ਹੋ ਗਈਆਂ, ਸਰਨਾ ਸਾਹਿਬ ਤੁਹਾਡੇ ਤੇ ਨਹੀਂ ਹੋਈਆਂ ਸੀ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਤੁਸੀਂ ਪ੍ਰਧਾਨ ਸੀ, ਸ਼ੰਟੀ ਜਨਰਲ ਸੈਕਟਰੀ ਸੀਗੇ, 4 ਕਰੋੜ 97 ਲੱਖ ਦੀ ਸਬਜ਼ੀ, ਉਹ ਜੇ ਤੁਹਾਨੂੰ ਮੈਂ ਹੁਣੇ ਬਿੱਲ ਵਾਊਚਰ ਦਿਖਾਵਾਂ ਤੁਸੀਂ ਪੜ੍ਹ ਨਹੀਂ ਸਕਦੇ। ਤੁਸੀਂ ਦੱਸ ਦਿਓ ਆਲੂ ਹੈ, ਗੋਭੀ ਹੈ, ਟਮਾਟਰ ਹੈ, ਕੀ ਹੈ? ਕਿੰਨੇ ਮਹੀਨਿਆਂ 'ਚ? 2012 ਦੇ ਚੌਥੇ ਮਹੀਨੇ ਤੋਂ ਲੈ ਕੇ ਅਗਸਤ ਤੱਕ 5 ਮਹੀਨਿਆਂ 'ਚ 4 ਕਰੋੜ 97 ਲੱਖ ਦੀ ਸਬਜ਼ੀ ਲਈ, ਕੈਸ਼ ਪੇਮੈਂਟ ਕਰ ਦਿੱਤੀ। ਮੈਂ ਅੱਜ ਤੁਹਾਡੇ TV ਤੇ ਬੋਲਦਾ ਪਿਆ, 6 ਸਾਲ ਪ੍ਰਧਾਨ ਰਿਹਾ ਨਾ, ਮੈਂ 6 ਸਾਲ 'ਚ 5 ਕਰੋੜ ਦੀ ਸਬਜ਼ੀ ਨਹੀਂ ਲਈ।
ਜਿਵੇਂ ਜੀ ਤੁਸੀਂ ਨਾ ਸਕੂਲਾਂ ਦੀ ਗੱਲ ਕਰ ਰਹੇ ਹੋ, ਮਤਲਬ ਇਹ ਬਹੁਤ ਮਾਹੌਲ ਮਘਿਆ ਹੋਇਆ ਹੈ। ਕਾਫੀ ਸਕੂਲ ਜਿਹੜੇ ਟੀਚਰ ਆ ਉਹਨਾਂ ਨੇ ਆਤਮ ਹੱਤਿਆ ਕੀਤੀ, ਤਨਖਾਹਾਂ ਨਹੀਂ ਮਿਲੀਆਂ ਉਹਨਾਂ ਨੂੰ। ਮੈਂ ਨਾ ਦਿੱਲੀ ਦੇ ਇੱਕ ਬਹੁਤ ਬਜ਼ੁਰਗ ਬੰਦੇ ਦੇ ਨਾਲ ਬੈਠਾ ਹੋਇਆ ਸੀ, 90 ਸਾਲ ਉਹਨਾਂ ਦੀ ਉਮਰ ਆ। ਉਹ ਇਹ ਕਹਿ ਰਿਹਾ ਸੀ ਵੀ ਪਹਿਲਾਂ ਜਦੋਂ ਕੋਈ ਬੱਚਾ ਸਿੱਖਾਂ ਦੇ ਘਰ ਜਨਮ ਲੈਂਦਾ ਸੀ ਤੇ ਉਹਦਾ ਮੂੰਹ ਜਿਹੜਾ ਵਾ ਉਹ ਗੁਰੂ ਹਰਕ੍ਰਿਸ਼ਨ ਸਕੂਲ ਵੱਲ ਕਰਕੇ ਕਿਹਾ ਜਾਂਦਾ ਸੀ ਵੀ ਇਹ ਸਾਡਾ ਬੱਚਾ ਗੁਰੂ ਹਰਕ੍ਰਿਸ਼ਨ ਸਕੂਲ ਦੇ ਵਿੱਚ ਪੜ੍ਹੂਗਾ। ਪਹਿਲਾਂ ਸਕੂਲਾਂ ਦੇ ਵਿੱਚ ਬੱਚਿਆਂ ਦੀ ਕਾਫੀ ਗਿਣਤੀ ਸੀ, ਅੱਜ ਉਹ ਬਹੁਤ ਘੱਟ ਵੀ ਗਈ ਆ। ਤੁਹਾਨੂੰ ਕੀ ਲੱਗਦਾ ਵਾ ਵੀ ਜਿਹੜਾ ਸਾਡਾ ਐਜੂਕੇਸ਼ਨ ਦਾ ਸਿਸਟਮ ਆ ਦਿੱਲੀ ਕਮੇਟੀ ਦੇ ਅੰਡਰ, ਇਹ ਦਿਨੋਂ ਦਿਨ ਜਿਹੜਾ ਵਾ ਬਿਲਕੁਲ ਖਾਤਮੇ ਵੱਲ ਜਾ ਰਿਹਾ? ਇੰਨੀ ਗਿਣਤੀ ਕਿਉਂ ਘਟ ਗਈ ਆ? ਤੁਸੀਂ ਵੀ 6 ਸਾਲ ਰਹੇ ਹੋ, ਤੁਹਾਡੇ ਸਮੇਂ ਗਿਣਤੀ ਕਿੰਨੀ ਤੇ ਅੱਜ ਗਿਣਤੀ ਕਿੰਨੀ ਆ? ਤੇ ਜੇ ਇੰਨਾ ਨਿਘਾਰ ਆਇਆ ਤੇ ਕਿਉਂ ਆਇਆ ਵਾ? ਸਭ ਤੋਂ ਪਹਿਲੀ ਗੱਲ ਕਿ ਸਕੂਲ ਜਿਹੜੇ ਨੇ, ਸਭ ਤੋਂ ਪਹਿਲਾਂ ਇੰਗਲਿਸ਼ ਮੀਡੀਅਮ ਸਕੂਲ ਇੰਡੀਆ ਗੇਟ ਬਣਿਆ, ਜਥੇਦਾਰ ਸੰਤੋਖ ਸਿੰਘ ਜੀ ਨੇ ਬਣਾਇਆ, ਔਰ ਮੈਂ ਪਹਿਲਾ ਸਟੂਡੈਂਟ ਆ, ਮੈਨੂੰ ਮਾਣ ਹੈ। ਮੈਂ ਪਹਿਲੀ ਕਲਾਸ 'ਚ ਐਡਮਿਸ਼ਨ ਲਈ ਸੀ, 11ਵੀਂ ਇੱਥੋਂ ਕਰਕੇ ਨਿਕਲਿਆ। ਉਸ ਵੇਲੇ +2 ਸਿਸਟਮ ਨਹੀਂ ਹੁੰਦਾ ਸੀਗਾ। 19 ਜੁਲਾਈ 1965 'ਚ ਸਕੂਲ ਖੁੱਲ੍ਹਦਾ। ਇਹ ਸਕੂਲਾਂ ਦਾ 13 ਬ੍ਰਾਂਚਾਂ ਜਥੇਦਾਰ ਜੀ ਵੇਲੇ ਬਣੀਆਂ, ਔਰ ਇਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਮਿਲਦੀ ਸੀਗੀ। ਹੁਣ ਤੁਸੀਂ ਸਵਾਲ ਕੀਤਾ ਕਿ ਇਹਨਾਂ 'ਚ ਗਿਰਾਵਟ ਆਈ ਹੈ। ਜਥੇਦਾਰ ਸੰਤੋਖ ਸਿੰਘ ਵੇਲੇ ਕਿਸੇ ਮੈਂਬਰ ਨੂੰ ਚੇਅਰਮੈਨ ਨਹੀਂ ਬਣਾਇਆ ਜਾਂਦਾ ਸੀਗਾ, ਲੇਕਿਨ ਹਿੱਤ ਸਾਹਿਬ, ਸਰਨਾ ਸਾਹਿਬ ਵੇਲੇ ਆਪਣੀਆਂ ਵੋਟਾਂ ਪੱਕੀਆਂ ਕਰਨ ਵਾਸਤੇ ਮੈਂਬਰਾਂ ਨੂੰ ਲਾਲਚ ਦੇਣ ਕਰਕੇ ਚੇਅਰਮੈਨ ਬਣਾਇਆ ਗਿਆ, ਜਿਨ੍ਹਾਂ ਨੂੰ ਐਜੂਕੇਸ਼ਨ ਦੇ ਸਪੈਲਿੰਗ ਤੱਕ ਨਹੀਂ ਆਉਂਦੇ ਸੀਗੇ। 2013 ਜਿਸ ਦਿਨ ਮੈਂ ਚਾਰਜ ਲੈਣਾ ਵਾ, 350 ਬੰਦਾ ਓਵਰ ਇੰਪਲੋਇਡ ਹੈ। ਮੈਂ ਸਕੂਲ ਸਿਰਫ ਗੁਰੂ ਹਰਕ੍ਰਿਸ਼ਨ ਦੀ ਗੱਲ ਕਰ ਰਿਹਾ। ਮੈਂ ਇਹਦਾ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ। ਨਿਹੰਗ ਸਿੰਘ ਬਾਬਾ ਬਲਬੀਰ ਸਿੰਘ ਜੀ, ਉਹਨਾਂ ਦਾ ਬੁੱਢਾ ਦਲ ਦਾ ਸਕੂਲ ਆ ਪਟਿਆਲੇ। ਮੈਨੂੰ ਕਈ ਵਾਰਿਆਂ ਤੋਂ ਕਹਿੰਦੇ ਸੀ ਮਨਜੀਤ ਜੀ ਤੁਹਾਨੂੰ ਚੀਫ ਗੈਸਟ ਬਣਾਉਣਾ, ਤੁਸੀਂ ਆਓ। ਮੈਂ ਉੱਥੇ ਜਾਣਾ ਚੀਫ ਗੈਸਟ ਬਣ ਕੇ, ਮੈਂ ਹੈਰਾਨ ਰਹਿ ਗਿਆ। ਮੈਂ ਸੋਚਦਾ ਸੀ ਨਿਹੰਗਾਂ ਦਾ ਕੀ ਸਕੂਲ ਹੋਊਗਾ, ਸਾਡਾ ਕੋਈ ਸਕੂਲ ਉਹਨਾਂ ਦੇ ਮੁਕਾਬਲੇ ਨਹੀਂ। ਉੱਥੇ ਜਦੋਂ ਮੈਂ ਮੈਨੂੰ ਆਪਣੀ ਬੁੱਕ ਰਿਲੀਜ਼ ਕਰਾਈ ਉਹਨਾਂ ਨੇ, ਜਿਹੜੀ ਮੈਗਜ਼ੀਨ ਹੁੰਦੀ ਹੈ ਸਾਲਾਨਾ ਸਕੂਲ ਦੀ, ਮੈਂ ਪੇਜ ਪਲਟ ਰਿਹਾ ਸੀ ਤੇ ਐਡਮਿਨ ਸਟਾਫ ਨਜ਼ਰ ਆਇਆ। ਐਡਮਿਨ ਸਟਾਫ ਦੇ ਵਿੱਚ 7 ਜਾਣਿਆਂ ਦੀ ਫੋਟੋ। ਮੈਂ ਪ੍ਰਿੰਸੀਪਲ ਮੈਡਮ ਨਾਲ ਬੈਠੀ, ਮੈਂ ਕਿਹਾ ਮੈਡਮ ਪ੍ਰਿੰਸੀਪਲ ਇਹ ਤੁਹਾਡਾ ਐਡਮਿਨ ਸਟਾਫ ਇੰਨਾ ਹੀ ਹੈ? ਕਹਿੰਦੀ ਹਾਂ ਜੀ ਇੰਨਾ ਹੀ ਹੈ। ਬੱਚਾ ਕਿੰਨਾ ਤੁਹਾਡਾ? ਕਹਿੰਦੀ ਜੀ ਮੇਰੇ ਇੱਥੇ 4400 ਬੱਚਾ ਹੈ। ਮੇਰੇ ਨਾਲ ਕੁਲਵੰਤ ਸਿੰਘ ਬਾੜ ਸਾਡਾ ਮੈਂਬਰ ਸੀ, ਉਹ ਲੋਨੀ ਰੋਡ ਸਕੂਲ ਜਿੱਥੇ ਸਭ ਤੋਂ ਜ਼ਿਆਦਾ ਸਟਰੈਂਥ ਆ ਉਹਦਾ ਚੇਅਰਮੈਨ। ਮੈਂ ਕਿਹਾ ਬਾੜ ਸਾਹਿਬ ਤੇਰੇ ਕਿੰਨਾ ਬੱਚਾ ਹੈਗਾ ਸਕੂਲ 'ਚ? ਕਹਿੰਦਾ 4200। ਮੈਂ ਕਿਹਾ ਤੇਰੇ ਕੋਲ ਐਡਮਿਨ ਤੇ 4th ਕਲਾਸ ਇੰਪਲੋਈ ਕਿੰਨਾ? ਕਹਿੰਦਾ 74। ਹੁਣ ਮੈਨੂੰ ਇਹ ਦੱਸੋ, ਮੈਂ ਹੇਮਕੁੰਟ ਸਕੂਲ ਦੀ ਗੱਲ ਕਰਦਾ, ਮੇਰੇ ਘਰ ਦੇ ਲਾਗੇ ਆ ਹੇਮਕੁੰਟ ਕਾਲਨੀ 'ਚ। ਮਾਤਾ ਗੁਜਰੀ ਸਕੂਲ ਜਿਹੜਾ ਅਸੀਂ ਚਲਾਉਂਦੇ ਹਾਂ, ਸਾਡੀ ਸੰਸਥਾ ਚਲਾਉਂਦੀ ਹੈ, ਗੁਰਦੁਆਰਾ ਸਿੰਘ ਸਭਾ ਚਲਾਉਂਦੀ ਹੈ, ਉੱਥੇ 2200 ਬੱਚਾ ਹੈ ਤੇ 2000 ਬੱਚਾ ਹੇਮਕੁੰਟ ਸਕੂਲ 'ਚ ਹੈ। ਮੈਂ ਉੱਥੇ ਪ੍ਰਿੰਸੀਪਲ ਨੂੰ ਕਿਹਾ ਤੇਰੇ ਕੋਲ ਐਡਮਿਨ ਸਟਾਫ ਕਿੰਨਾ? ਕਹਿੰਦੀ 5। ਤੇ ਮੈਂ ਜਦੋਂ ਜਾ ਕੇ ਆਪਣੇ ਸਕੂਲ 'ਚ ਪੁੱਛਿਆ, ਜਦੋਂ ਮੈਂ ਪ੍ਰਧਾਨ ਬਣਿਆ, ਮੈਂ ਕਿਹਾ ਮੈਡਮ ਤੇਰੇ ਕੋਲ ਐਡਮਿਨ ਸਟਾਫ ਕਿੰਨਾ? ਕਹਿੰਦੀ 45। ਮੈਂ ਕਿਹਾ ਮੈਨੂੰ 45 ਕੁਰਸੀਆਂ ਦਿਖਾ ਸਕਦੀ ਹੈ? ਉਹ ਬੈਠਦੇ ਕਿੱਥੇ ਨੇ? ਹੱਸ ਪਈ, ਚੁੱਪ ਹੋ ਗਈ। ਉਹ ਕਹਿੰਦੀ ਮੈਂ ਸਰ ਇਹਦਾ ਕੀ ਜਵਾਬ ਦਵਾਂ, ਤੇ ਇਹਨਾਂ ਨੂੰ ਪੁੱਛੋ ਪ੍ਰਧਾਨ ਸਕੱਤਰ ਜਿਹੜੇ ਅਪਾਇੰਟਮੈਂਟ ਕਰਕੇ ਭੇਜੀ ਜਾਂਦੇ। 350 ਬੰਦਾ ਓਵਰ ਇੰਪਲੋਇਡ ਸੀ ਸਕੂਲਾਂ 'ਚ, ਨੰਬਰ 1। ਨੰਬਰ 2, ਆਉਂਦੇ ਹੀ ਮੈਂ ਟੋਟਲ ਭਰਤੀ ਰੋਕੀ। ਮੇਰੇ ਵੇਲੇ ਦੀ ਦਿਖਾ ਦਿਓ, ਗ੍ਰਾਫ ਥੱਲੇ ਗਿਆ। ਤਕਰੀਬਨ 100 ਟੀਚਰ ਘਟੇ ਜਿਹੜੇ ਰਿਟਾਇਰ ਹੋਏ ਹੋਣਗੇ। ਫਿਰ ਅਗਲੀ ਪ੍ਰੋਬਲਮ ਸੀ ਕਿ ਸਾਡੇ ਕੋਲ ਹਿੰਦੀ ਪੰਜਾਬੀ ਤੇ ਉਹ ਟੀਚਰ ਜਿਨ੍ਹਾਂ ਨੂੰ ਕੱਖ ਨਹੀਂ ਆਉਂਦਾ, ਵਿਦਆਊਟ ਸਰਟੀਫਿਕੇਟ ਭਰੇ, ਇਹਨਾਂ ਨੇ ਪੈਸੇ ਲੈ ਕੇ ਵੋਟਾਂ ਵਾਸਤੇ ਭਰੇ। ਸਾਡੇ ਕੋਲ ਜੇ ਇਕਨੋਮਿਕਸ ਦੀ ਟੀਚਰ ਨਹੀਂ, ਇੰਗਲਿਸ਼ ਦੀ ਟੀਚਰ ਨਹੀਂ, ਕੈਮਿਸਟਰੀ ਦੀ ਟੀਚਰ ਨਹੀਂ, ਤੇ ਉਹ ਟੀਚਰ ਰੱਖਣੇ ਸੀਗੇ। ਉਹ ਫਿਰ ਅਸੀਂ ਅਡੌਕ ਬੇਸਿਸ 'ਤੇ ਰੱਖੇ, ਅਸੀਂ ਪਰਮਾਨੈਂਟ ਨਹੀਂ ਕੀਤੇ। ਨੰਬਰ 1, ਜਿਸ ਦਿਨ ਮੈਂ ਚਾਰਜ ਲਿਆ ਸਰਨਾ ਸਾਹਿਬ ਤੋਂ, ਮੇਰੇ ਕੋਲ 20,400 ਬੱਚਾ ਸੀ। ਜਿਸ ਦਿਨ ਮੈਂ ਚਾਰਜ ਛੱਡਿਆ 22,500 ਬੱਚਾ ਸੀ। ਅੱਜ 17,500 ਬੱਚਾ ਰਹਿ ਗਿਆ। 5,000 ਬੱਚਾ ਸਾਡੇ ਸਕੂਲਾਂ 'ਚ ਪਿਛਲੇ 2 ਸਾਲਾਂ 'ਚ ਘਟਿਆ, ਜਦ ਦੇ ਸਰਸਾ ਸਾਹਿਬ ਟੀਵੀਆਂ 'ਤੇ ਜਾ ਕੇ ਲਾਈਵ ਕਰਦੇ ਪਏ ਆ। ਮੈਂ ਪੁੱਛਣਾ ਚਾਹੁੰਦਾ ਤੁਹਾਡੇ ਐਜੂਕੇਸ਼ਨ ਵਾਲੇ ਪਾਸੇ ਧਿਆਨ ਨਹੀਂ। ਮੇਰੇ ਵੇਲੇ ਸਰਨਾ ਸਾਹਿਬ ਕਲੇਮ ਕਰਦੇ ਨੇ ਅਸੀਂ 126 ਕਰੋੜ ਰੁਪਏ ਛੱਡ ਕੇ ਆਏ ਸੀ, ਲੇਕਿਨ ਸਿਰਫ 6 ਪੇ ਕਮਿਸ਼ਨ ਦੀ 150 ਕਰੋੜ ਰੁਪਏ ਦੀ ਲਾਇਬਿਲਿਟੀ ਛੱਡ ਕੇ ਗਏ ਸੀ, ਬਾਕੀ ਗੱਲਾਂ ਛੱਡ ਦਿਓ। ਮੈਂ 6 ਪੇ ਕਮਿਸ਼ਨ ਵੀ ਦਿੱਤਾ ਉਹਨਾਂ ਨੂੰ, 60% ਦੇ ਚੁੱਕਾ ਸੀ। ਏਰੀਅਰਸ ਵੀ ਦਿੱਤੇ, ਤਨਖਾਹ ਵੀ 6 ਪੇ ਕਮਿਸ਼ਨ ਦੇ ਹਿਸਾਬ ਨਾਲ ਦੇਤੀ, ਜਦ ਕਿ 350 ਬੱਚਾ ਫਾਲਤੂ ਇੰਪਲੋਏ ਫਾਲਤੂ ਸੀਗਾ। ਲੇਕਿਨ ਅੱਜ ਟੀਚਰਾਂ ਸਿਰਫ ਤਨਖਾਹ ਨੂੰ ਰੋ ਰਹੀਆਂ।
ਸਿਕਸ ਪੈਕ ਕਮਿਸ਼ਨ ਨੂੰ ਨਹੀਂ ਰੋ ਰਹੀਆਂ। ਮੇਰੇ ਵੇਲੇ ਜਿਹੜਾ ਰਿਟਾਇਰ ਹੋਇਆ ਉਹਨੂੰ ਹਿਸਾਬ ਮਿਲ ਗਿਆ। ਅੱਜ ਜਿਹੜੇ 2-2 ਸਾਲ ਦੇ ਰਿਟਾਇਰ ਹੋਏ, ਤੁਸੀਂ ਕਿਹਾ ਉਹਨਾਂ ਦੀ ਜੀਵਨ ਲੀਲਾ ਵੀ ਖਤਮ ਹੋ ਗਈ, ਉਹਨਾਂ ਨੂੰ ਪੈਸੇ ਨਹੀਂ ਮਿਲੇ। ਇਹ ਸਾਰਾ ਚਾਰਟ ਮਿਲਾ ਲਓ, ਕਿਹਦੇ ਵੇਲੇ ਕੀ ਹੋਇਆ, ਕਿਹਦੇ ਵੇਲੇ ਕੀ ਨਹੀਂ ਹੋਇਆ। ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਬਹੁਤ ਹੀ ਬੇਬਾਕ ਹੋ ਕੇ ਆਪਣੇ ਜਿਹੜੇ ਜਵਾਬ ਦਿੱਤੇ ਨੇ। ਅਖੀਰ ਤੇ ਮੈਂ ਇੱਕੋ ਹੀ ਸਵਾਲ ਕਰੂੰਗਾ ਵੀ ਸਿੱਖ ਸੰਗਤ ਇਹ ਚਾਹੁੰਦੀ ਆ ਕਿ ਜੇ ਅਸੀਂ ਮਤਲਬ ਗੁਰਦੁਆਰਿਆਂ ਦੇ ਵਿੱਚੋਂ ਜਿਨ੍ਹਾਂ ਨੂੰ ਸੋ ਕਾਲਡ ਅੱਜ ਮਸੰਦ ਕਿਹਾ ਜਾਂਦਾ ਉਹਨਾਂ ਨੂੰ ਕੱਢਣਾ ਚਾਹੁੰਦੇ ਆ, ਤੇ ਆਪਾਂ ਇਕੱਠੇ ਕਿਉਂ ਨਹੀਂ ਹੁੰਦੇ? ਮੈਂ ਸਮਝਦਾ ਇਹ ਤੁਹਾਡਾ ਸਵਾਲ ਜਾਇਜ਼ ਹੈ। ਕੋਸ਼ਿਸ਼ ਵੀ ਹੋਈ ਇਕੱਠੇ ਹੋਣ ਦੀ, ਲੇਕਿਨ ਕਈਆਂ ਵਜ੍ਹਾ ਕਰਕੇ ਉਹ ਸਿਰੇ ਨਹੀਂ ਚੜ੍ਹ ਸਕੀ। ਇਕੱਠੇ ਹੋ ਜਾਂਦੇ ਤੇ ਜਿਹੜੇ ਗੁਰੂ ਦੀ ਗੋਲਕਾਂ ਅਕਾਲ ਤਖਤ ਨੂੰ ਆਪਣੀ ਡਿਕਟੇਸ਼ਨ ਦੇਣ ਵਾਸਤੇ ਯੂਜ਼ ਕਰਦੇ ਆ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਪਟਨਾ ਕਮੇਟੀ ਨੂੰ ਯੂਜ਼ ਕਰਦੇ ਆ, ਇਹਨਾਂ ਦਾ ਨਿਕਲਣਾ ਸੌਖਾ ਹੋ ਜਾਂਦਾ। ਲੋਕਾਂ 'ਚ ਇਹਨਾਂ ਦਾ ਬੇਸ ਨਹੀਂ ਗਾ। ਲੇਕਿਨ ਮੈਂ ਸਮਝਦਾ ਵਾਂ ਕਿ ਇਹ ਨਹੀਂ ਹੋ ਸਕਿਆ। ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਆਕਸੀਜਨ ਜ਼ਰੂਰ ਮਿਲੇਗੀ, ਪਰ ਅਗਲਾ ਮਹੀਨਾ ਜਿਹੜਾ ਬੜਾ ਕ੍ਰਿਟੀਕਲ ਹੈ। ਇਸ ਗੱਲ ਤੋਂ ਮੈਂ ਤੁਹਾਨੂੰ ਪੋਲੀਟੀਕਲੀ ਮੈਂ ਤੁਹਾਨੂੰ ਵੀ ਜਵਾਬ ਦੇ ਸਕਦਾ ਵਾਂ ਇਸ ਤੋਂ ਬਚਣ ਵਾਸਤੇ, ਪਰ ਮੈਂ ਬਿਲਕੁਲ ਜਵਾਬ ਨਹੀਂ ਦਿਆਂਗਾ। ਮੈਂ ਸਮਝਦਾ ਵਾਂ ਕਿ ਆਮ ਸਿੱਖ ਜੋ ਸੋਚਦਾ ਹੈ ਉਸ 'ਤੇ ਅਸੀਂ ਖਰੇ ਨਹੀਂ ਉਤਰ ਸਕੇ, ਅਸੀਂ ਇਕੱਠੇ ਨਹੀਂ ਹੋ ਸਕੇ। ਬਸ ਇੰਨੀ ਗੱਲ ਕਹਾਂ। ਇਹ ਸਨ ਸਰਦਾਰ ਮਨਜੀਤ ਸਿੰਘ ਜੀ ਜੀ ਕੇ ਪ੍ਰਧਾਨ ਜਾਗੋ ਕਮੇਟੀ, ਜਿਨ੍ਹਾਂ ਨੇ ਬਹੁਤ ਹੀ ਬੇਬਾਕ ਹੋ ਕੇ ਹਰ ਇੱਕ ਸਵਾਲ ਦੇ ਜਵਾਬ ਦਿੱਤੇ ਆ।